हेलो दोस्तों, सिद्धि पंजाब वेलकम्स यू ऑल। ਤੇ ਅੱਜ ਆਪਾਂ 24 ਤੋਂ ਲੈ ਕੇ 25 ਜਨਵਰੀ ਤੱਕ ਦੀ ਜਿਹੜੇ ਕਰੰਟ ਅਫੇਅਰਸ ਦੀ ਡਿਸਕਸ਼ਨ ਕਰ ਲੈਣੇ ਆ। ਸਭ ਤੋਂ ਪਹਿਲਾਂ ਦੇਖ ਲੈਣੇ ਆ ਕਿ ਅੱਜ ਦੇ ਇੰਪੋਰਟੈਂਟ ਟੌਪਿਕਸ ਕਿਹੜੇ ਆ ਜਿਹੜੇ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਇਹ 10 ਟੌਪਿਕਸ ਹੈ, ਛੋਟੇ ਛੋਟੇ ਟੌਪਿਕਸ ਹੈ, ਮੇਨਲੀ ਪ੍ਰੀਲਿਮਸ ਤੋਂ ਬਹੁਤ ਇੰਪੋਰਟੈਂਟ ਹੈ ਪ੍ਰੀਲਿਮਸ ਦੇ ਪਰਸਪੈਕਟਿਵ ਤੋਂ, ਤਾਂ ਇਹਨਾਂ ਨੂੰ ਡਿਸਕਸ ਕਰ ਲਵਾਂਗੇ ਜਲਦੀ ਜਲਦੀ। ਠੀਕ ਹੈ ਜੀ, ਫਰਸਟ ਟੌਪਿਕ ਹੈ ਸਾਡਾ ਪੰਜਾਬ ਸੀਐਮ ਕਾਲਸ ਇਨਵੈਸਟਰਸ ਟੂ ਪੰਜਾਬ ਦੀ ਇਕੋਨਮੀ ਨੂੰ ਰਿਵਾਈਵ ਕਰਨ ਦਾ ਐਫਰਟ ਜਿਹੜਾ ਹੈ ਪੰਜਾਬ ਦੇ ਸੀਐਮ ਕਰ ਰਹੇ ਨੇ। ਇਹਨੂੰ ਡਿਟੇਲ 'ਚ ਦੇਖਾਂਗੇ, ਕਾਫੀ ਕੰਮ ਆਊਗਾ ਆਪਾਂ ਨੂੰ ਮੇਨਸ ਆਨਸਰਸ ਲਿਖਣ 'ਚ। ਸੈਕਿੰਡ ਟੌਪਿਕ ਪਰਾਕਰਮ ਦਿਵਸ, ਇਹ ਕਿਆ ਹੈ, ਕਦੋਂ ਮਨਾਇਆ ਜਾਂਦਾ ਹੈ, ਇਹਦੀ ਡਿਟੇਲਸ ਡਿਸਕਸ ਕਰਾਂਗੇ। ਦੈਨ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਕ ਪੁਰਸਕਾਰ, ਇਹਨੂੰ ਵੀ ਡਿਸਕਸ ਕਰਾਂਗੇ ਆਪਾਂ। ਚਾਰਾਇਦੀਓ ਮੋਇਦਾਮਸ, ਇੰਡੀਆਜ਼ ਐਂਟਰੀ ਟੂ ਯੂਨੈਸਕੋ ਵਰਲਡ ਹੈਰੀਟੇਜ ਸਾਈਟ, ਇਹ ਤਿੰਨੋਂ ਹੀ ਆਪਣੇ ਪ੍ਰੀਲਿਮਸ ਲਈ ਬਹੁਤ ਇੰਪੋਰਟੈਂਟ ਨੇ, ਤਿੰਨਾਂ ਨੂੰ ਡਿਟੇਲ 'ਚ ਡਿਸਕਸ ਕਰਾਂਗੇ। ਦੈਨ ਮਾਈਗ੍ਰੇਸ਼ਨ ਆਫ ਪੰਜਾਬੀ ਯੂਥ, ਬਹੁਤ ਇੰਪੋਰਟੈਂਟ ਹੈ ਤੁਹਾਡੇ ਮੇਨਸ ਲਈ, ਇੰਟਰਵਿਊ ਲਈ। ਈਵਨ ਮੇਰੇ ਤੋਂ ਵੀ ਇੰਟਰਵਿਊ 'ਚ ਇਹ ਕੁਐਸਚਨ ਪੁੱਛਿਆ ਗਿਆ ਸੀ। ਤੁਹਾਨੂੰ ਪਤਾ ਹੀ ਹੈ ਪੰਜਾਬ ਤੋਂ ਬਹੁਤ ਸਾਰੇ ਯੂਥ ਕੈਨੇਡਾ ਵੱਲ ਨੂੰ ਜਾ ਰਹੇ ਨੇ, ਤਾਂ ਇਹ ਟੌਪਿਕ ਜਿਹੜਾ ਹੈ ਕਾਫੀ ਸੀਰੀਅਸ ਹੈ ਪੰਜਾਬ ਦੇ ਇਸ਼ੂਜ਼ ਨਾਲ ਰਿਲੇਟਡ, ਇਹਨੂੰ ਡਿਟੇਲ 'ਚ ਡਿਸਕਸ ਕਰਾਂਗੇ। ਦੈਨ ਨੈਕਸਟ ਟੌਪਿਕ ਲਿਵਿੰਗ ਵਿਲਸ, ਇਹ ਤੇ ਨਿਊਜ਼ ਆ ਰਹੀ ਹੈ, ਤਾਂ ਇਹ ਕਿਆ ਹੁੰਦੀ ਹੈ, ਇਹਦੀ ਮੋਰਲ ਡਿਸਕਸ਼ਨ ਜਿਹੜੀ ਹੈ ਕਾਫੀ ਇੰਪੋਰਟੈਂਟ ਹੈ ਆਪਣੇ ਲਈ, ਤਾਂ ਅੱਜ ਇਹਦੇ ਬੇਸਿਕਸ ਸਮਝਾਂਗੇ। सोलर एंड विंड एनर्जी इन इंडिया, कुछ डाटा आया है, इनू डिस्कस कर लवांगे। इंडिया श्रीलंका, क्योंकि अपने एस जे शंकर साहब जो हैं वो श्रीलंका गए हुए ने, तो ये बारे जी अपडेट आई है वो आप देख लवांगे। दैन ग्रीन कॉमेट न्यूज़ विच है, तो प्रीलिम्स विच पूछा जा सकता है ये की हुंदा है, कॉमेट क्या हुंदा है, उल्ट क्लाउड क्या हुंदा है, वो सब आप डिस्कस कर लवांगे इस टॉपिक च। लास्ट टॉपिक अपना होना है नोरो वायरस। ठीक है जी, डिफरेंट नामां दे वायरस आई जा रहे हैं। ठीक है, ये भी एक नवा वायरस इंट्रोड्यूस होया है, तो ये भी डिटेल्स देख लवांगे कि ये है क्या और किस तरीके नाल हार्मफुल है। राइट, चलो फिर फर्स्ट टॉपिक नाल आप आपदी डिस्कशन शुरू करते हैं। इन मुंबई सीएम अर्जिज होंचोज टू इन्वेस्ट इन स्टेट। ठीक है जी, स्टेट मतलब पंजाब। ठीक है, अपने GS3 इकोनॉमी के परसपैक्टिव तो काफ़ी इंपॉर्टेंट है, आप मेन्स आंसर राइटिंग या ऐसे विच ये यूज़ कर सकते हैं। ये तुसी पिक्चर्स देख सकते हो, भगवंत मान जी अपने CM जिहड़े ने ये बैठे ने उत्थे, इंडस्ट्री लीडर्स नाल डिस्कशनस इन्हां दियां चल रही ने। ठीक है, हुण थोड़ा बेसिक समझो कि लोड़ ही क्या पई अपने CM नूं पंजाब दे CM नूं मुंबई च जाके ये इन्वेस्टर्स नूं अट्रैक्ट करन दी। तो देखो पहला ये समझो, इकोनॉमी जिहड़ी है ਉਹਦੇ ਤਿੰਨ ਕੀ ਸੈਕਟਰਸ ਹੁੰਦੇ ਆ। ਤੁਹਾਨੂੰ ਸਭ ਨੂੰ ਪਤਾ ਹੈ, ਪ੍ਰਾਇਮਰੀ ਸੈਕਟਰ ਯੂਜੂਅਲੀ ਐਗਰੀਕਲਚਰ ਤੇ ਅਲਾਈਡ ਐਕਟੀਵਿਟੀਜ਼। ਠੀਕ ਹੈ ਜੀ, ਸੈਕੰਡਰੀ ਸੈਕਟਰ ਇੰਡਸਟਰੀ ਮੈਨੂਫੈਕਚਰਿੰਗ ਐਕਟੀਵਿਟੀਜ਼ ਨਾਲ ਰਿਲੇਟਡ, ਐਂਡ ਟਰਸ਼ਰੀ ਸੈਕਟਰ ਹੁੰਦਾ ਹੈ ਸਰਵਿਸਿਜ਼। सर्विसेज च सब कुछ आ जाता है, अपना बैंकिंग हो गया, अपनी फाइनेंशियल सर्विसेज हो गई, हॉस्पिटल्स हो गए, डॉक्टर्स हो गए, टीचिंग हो गया, टीचर्स हो गए, टूरिज्म हो गया, है ना जी। ये सब जिहड़े है सर्विसेज कंसिडर किए जाते हैं। ਹੁਣ ਤੁਸੀਂ ਪੰਜਾਬ ਦਾ ਦੇਖੋ, ਮੈਂ ਅਗਰ ਤੁਹਾਡੇ ਤੋਂ ਖੁਦ ਤੋਂ ਹੀ ਪੁੱਛਾਂ ਕਿ ਪੰਜਾਬ ਦੀ ਇਕੋਨਮੀ ਕਿਹੜੇ ਸੈਕਟਰ ਨਾਲ ਡੋਮੀਨੈਂਟ ਹੈ, ਤੁਸੀਂ ਖੁਦ ਹੀ ਦੇਖ ਸਕਦੇ ਹੋ ਪੰਜਾਬ ਦੀ ਮੈਜੋਰਿਟੀ ਜਿਹੜੀ GDP ਹੈ, ਪੰਜਾਬ ਦੀ ਸਟੇਟ GDP ਉਹ ਐਗਰੀਕਲਚਰ ਤੇ ਡਿਪੈਂਡੈਂਟ ਰਹੀ ਹੈ। ਪੰਜਾਬ 'ਚ ਤੁਸੀਂ ਨਾ ਤਾਂ ਜ਼ਿਆਦਾ ਇੰਡਸਟਰੀਜ਼ ਦੇਖੋਗੇ, ਨਾ ਜ਼ਿਆਦਾ ਸਰਵਿਸਿਜ਼ ਸੈਕਟਰ ਡਿਵੈਲਪ ਦੇਖੋਗੇ। ਜਿਵੇਂ ਕਿ ਤੁਸੀਂ ਸਟੇਟਸ ਵਗੈਰਾ ਗੁਜਰਾਤ ਦੇਖੋ, ਰਾਜਸਥਾਨ ਦੇਖੋ, ਕੇਰਲਾ ਦੇਖੋ, ਹਿਮਾਚਲ ਪ੍ਰਦੇਸ਼ ਦੇਖੋ, ਸਾਰੇ ਕਿਤੇ ਟੂਰਿਜ਼ਮ ਕਿੰਨਾ ਵੱਧ ਰਿਹਾ ਹੈ। ਪੰਜਾਬ 'ਚ ਇੰਨਾ ਟੂਰਿਜ਼ਮ ਹੈ, ਆਪਾਂ ਖੁਦ ਹੀ ਪੰਜਾਬ ਦੇ ਸਾਰੇ ਜਿਹੜੇ ਕਲਚਰਲ ਸਾਈਟਸ ਆ ਉਹ ਨਹੀਂ ਦੇਖੀਆਂ ਹੋਣਗੀਆਂ, ਕਿਉਂਕਿ सर्विसेज सैक्टर ज़्यादा डेवलप नहीं है, टूरिज्म सैक्टर ज़्यादा डेवलप नहीं है। ਤਾਂ ਪੰਜਾਬ ਦੀ ਇਕੋਨਮੀ 'ਚ ਹੁਣ ਕਾਫੀ ਕ੍ਰਾਈਸਿਸ ਆ ਰਿਹਾ ਹੈ। ਕਿਉਂ? ਪਹਿਲਾਂ ਸਮਝੋ, ਜਿਹੜਾ ਆਪਣਾ ਡੋਮੀਨੈਂਟ ਸੈਕਟਰ ਹੈ ਐਗਰੀਕਲਚਰ, ਇਸ 'ਚ ਖੁਦ 'ਚ ਨੰਬਰ ਆਫ ਇਸ਼ੂਜ਼ ਆਪਾਂ ਦੇਖ ਰਹੇ ਹਾਂ, ਕੁਝ ਮੈਂ ਇੱਥੇ ਲਿਖੇ ਹੈ, ਤੇ ਇਸ ਤੋਂ ਜ਼ਿਆਦਾ ਐਗਰੀਕਲਚਰ ਜਿਹੜੀ ਹੈ ਪੰਜਾਬ ਦੀ ਇਸ਼ੂਜ਼ ਫੇਸ ਕਰ ਰਹੀ ਹੈ। ਰਾਈਸ ਵੀਟ ਦੇ ਸਿੰਡਰੋਮ ਦੇ ਕਰਕੇ ਜਦ ਤੋਂ ਗ੍ਰੀਨ ਰੈਵੋਲਿਊਸ਼ਨ ਆਈ ਹੈ, ਨੰਬਰ ਆਫ ਇਸ਼ੂਜ਼ ਪੰਜਾਬ ਦੀ ਐਗਰੀਕਲਚਰ ਹੁਣ ਦੇਖਣ ਲੱਗ ਗਈ ਹੈ। ਇਨੀਸ਼ੀਅਲੀ ਤਾਂ ਆਪਾਂ ਨੂੰ ਗ੍ਰੀਨ ਰੈਵੋਲਿਊਸ਼ਨ ਨੇ ਕਾਫੀ फायदा दिता, बट हुण जिहड़ा है पुअर प्रोडक्टिविटी, ईयर बाय ईयर यील्ड जिहड़ी है वो घट रही नहीं है। वाटर क्राइसिस, हर रोज़ आपां टॉपिक डिस्कस करते हैं, पंजाब दा ग्राउंड वाटर जिहड़ा है वो बहुत लैवल्स घट गए ने। पैसटीसाइड फर्टिलाइजर यूसेज इन्नी है कि ना तो खानयोग जो है पदार्थ होंगे ने, कैंसर जैसी सिचुएशन बहुत बढ़ रही है, वाटर बॉडीज़ पोल्यूट हो रही हैं। ईवन बाहरले देशों अगर एक्सपोर्ट करना चाहो तो तुसी सैनिटरी फाइटो सैनिटरी मैजर्स लग जाते हैं, तो एक्सपोर्ट्स भी
ਪੰਜਾਬ ਤੋਂ ਨਹੀਂ ਐਕਸੈਪਟ ਕੀਤੇ ਜਾਂਦੇ ਬਹੁਤ ਵਾਰ, ਠੀਕ ਹੈ। ਸੋਇਲ ਸੈਲਨਿਟੀ ਵੱਧ ਰਹੀ ਹੈ, ਤਾਂ ਇਸ ਤਰੀਕੇ ਦੀ ਐਗਰੀਕਲਚਰ ਜਿਹੜੀ ਪੰਜਾਬ ਦੀ ਹੈ ਕਾफ़ी ज़्यादा डिटीरियोरेट हो रही है, जिसकी वजह तो एग्रीकल्चर ज़्यादा ਕੰਮ ਨਹੀਂ ਕਰ ਰਹੀ ਤੇ ਆਊਟਪੁੱਟਸ ਨਹੀਂ ਦੇ ਰਹੀ, ਨਾ ਹੀ ਕਿਸਾਨ ਨੂੰ ਨਾ ਹੀ ਸਟੇਟ ਨੂੰ, ਠੀਕ ਹੈ ਜੀ। ਇੰਡਸਟਰੀ ਦੇਖੋ, ਇੰਡਸਟਰੀ ਜਿਹੜੀ ਹੈ ਇਨੀਸ਼ੀਅਲੀ ਤੁਸੀਂ ਕਹਿ ਸਕਦੇ ਹੋ ਪੰਜਾਬ 'ਚ ਕੁਛ ਇੰਡਸਟਰੀ ਹੁੰਦੀ ਸੀ, ਬਟ 1980 ਦੇ ਅਰਾਊਂਡ 1970 ਦੇ ਅਰਾਊਂਡ ਜਦੋਂ ਮਿਲੀਟੈਂਸੀ ਪੰਜਾਬ ਦੇ ਵਿੱਚ ਆ ਗਈ ਸੀ ਤਾਂ ਸਾਰੀ ਬਿਜ਼ਨੈਸਿਸ ਤੁਸੀਂ ਕਹਿ ਸਕਦੇ ਹੋ ਉਹ ਪੰਜਾਬ ਨੂੰ ਛੱਡ ਕੇ ਆਲਟਰਨੇਟਿਵ ਸਟੇਟਸ 'ਚ ਜਾਣ ਲੱਗ ਗਈਆਂ ਸੀ, ਠੀਕ ਹੈ। ਇਹ ਤੁਸੀਂ ਧਿਆਨ ਰੱਖਣਾ ਹੈ ਕਿ ਇੰਡਸਟਰੀ ਨੂੰ ਬਿਜ਼ਨਸਿਸ ਨੂੰ ਸੈਟਅਪ ਹੋਣ ਲਈ ਸਟੇਬਲ ਕੰਡੀਸ਼ਨਸ ਦੀ ਬਹੁਤ ਲੋੜ ਹੈ, ਠੀਕ ਹੈ। ਅਗਰ ਸਟੇਬਲ ਕੰਡੀਸ਼ਨਸ ਨਹੀਂ ਹੋਣੀਆਂ, ਸਿਕਿਉਰਿਟੀ ਨਹੀਂ ਹੋਣੀ, ਤਾਂ ਬਿਜ਼ਨਸਿਸ ਉਸ ਏਰੀਆ ਵਿੱਚ ਇਨਵੈਸਟ ਨਹੀਂ ਕਰਨਗੇ। ਤੁਸੀਂ ਦੇਖ ਲਓ ਨਾਰਥ ਈਸਟ ਕਿਉਂ ਅੰਡਰ ਡਿਵੈਲਪਡ ਹੈ, ਜੰਮੂ ਕਸ਼ਮੀਰ ਕਿਉਂ ਅੰਡਰ ਡਿਵੈਲਪਡ ਹੈ, ਕਿਉਂਕਿ ਇਹ ਇਨਸਟੇਬਲ ਪਲੇਸਿਸ ਹੈ। ਬਿਜ਼ਨਸਮੈਨ ਆਪਦੇ ਪੈਸਾ ਲਾ ਕੇ ਇੱਥੇ ਡੁਬਾਣਾ ਨਹੀਂ ਚਾਹੁੰਦੇ, ਕਦੋਂ ਵੀ ਇੱਥੇ ਟੈਰਰਿਸਟ ਅਟੈਕ, ਇਨਸਰਜੈਂਟ ਅਟੈਕ ਜਾਂ ਕਿਸੇ ਵੀ ਤਰੀਕੇ ਦੀ ਡਿਸਟਰਬੈਂਸ ਦੀ ਇਸ਼ੂ ਰਹਿੰਦੀ ਹੈ। ਤਾਂ ਪੰਜਾਬ 'ਚ ਵੀ 1970 ਤੋਂ ਬਾਅਦ ਇੰਡਸਟਰੀਜ਼ ਜਿਹੜੀਆਂ ਹੈ ਥੋੜ੍ਹੀ ਬਹੁਤ ਰਿਲਕਟੈਂਟ ਰਹੀਆਂ ਨੇ। ਹੁਣ ਜਿਵੇਂ ਜਿਵੇਂ ਪੰਜਾਬ ਨੇ ਘਟ ਰਹੀ ਹੈ ਤਾਂ ਫਿਰ ਵੀ ਆਪਾਂ ਕਾफ़ੀ ਸਾਰੀ ਇੰਡਸਟਰੀਜ਼ ਦੇਖ ਪਾ ਰਹੇ ਹਾਂ ਐਗਰੀਕਲਚਰ ਦੇ ਸੈਕਟਰ 'ਚ, ਟਰੈਕਟਰਸ ਵਗੈਰਾ ਨਾਲ ਰਿਲੇਟਡ, ਥੋੜੀ ਬਹੁਤੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ 'ਚ ਵੀ ਹੈ, ਬਟ ਸਟਿਲ ਜਿਹੜਾ ਸਕੋਪ ਹੈ ਉਹ ਬਹੁਤ ਜ਼ਿਆਦਾ ਹੈ ਤੇ ਹਜੇ ਅਨਐਕਸਪਲੋਰਡ ਹੈ। ਇੰਡਸਟਰੀ ਇੰਨੀ ਜ਼ਿਆਦਾ ਪੰਜਾਬ ਵਿੱਚ ਡਿਵੈਲਪਡ ਨਹੀਂ ਹੈ। ਇੱਕ ਤਾਂ ਪੰਜਾਬ ਬਾਰਡਰ ਸਟੇਟ ਹੈ ਇਸ ਲਈ ਵੀ, ਕਿਉਂਕਿ ਪਾਕਿਸਤਾਨ ਤੋਂ ਅਗਰ ਅਟੈਕਸ ਆਉਣਗੇ ਪੰਜਾਬ 'ਚ ਇਨਸਟੇਬਿਲਿਟੀ ਵਧੂਗੀ, ਠੀਕ ਹੈ। ਖਾਲਿਸਤਾਨ ਦੀ ਮੂਵਮੈਂਟ ਨੂੰ ਰਿਵਾਈਵ ਕਰਨ ਦੀ ਪਾਕਿਸਤਾਨ ਕੋਸ਼ਿਸ਼ ਕਰ ਰਿਹਾ ਹੈ, ਅਗੇਨ ਇਨਸਟੇਬਿਲਿਟੀ ਵਧੂਗੀ ਜਿਹੜਾ ਕਿ ਇੰਡਸਟਰੀ ਨਹੀਂ ਚਾਹੁੰਦੀ। ਇੰਡਸਟਰੀ ਦੇ ਆਉਣ ਲਈ ਫੇਵਰੇਬਲ ਕੰਡੀਸ਼ਨ ਨਹੀਂ ਹੈ, ਠੀਕ ਹੈ। ਇਸੇ ਲਈ ਇੰਡਸਟਰੀ ਵੀ ਆਪਣੀ ਕਾफ़ੀ ਡਿਵੈਲਪਡ ਨਹੀਂ ਹੈ। ਐਂਡ ਸਰਵਿਸਿਜ਼ ਵੀ ਮੈਂ ਤੁਹਾਨੂੰ ਦੱਸਿਆ, ਟੂਰਿਜ਼ਮ ਸੈਕਟਰ, ਹੈਲਥ ਸੈਕਟਰ, ਤੁਸੀਂ ਦੇਖ ਲਓ ਕਿੰਨੀ IITs ਹੈ ਪੰਜਾਬ 'ਚ, ਤੁਸੀਂ ਖੁਦ ਦੇਖੋ IIMs ਕਿੰਨੇ ਨੇ, ਏਮਸ ਕਿੰਨੇ ਨੇ ਪੰਜਾਬ ਵਿੱਚ, ਰਾਈਟ। ਟੂਰਿਜ਼ਮ ਕਿੰਨੇ ਇਹੋ ਜਿਹੇ ਡਿਸਟ੍ਰਿਕਟ ਹੈ ਪੰਜਾਬ 'ਚ ਜਿਨ੍ਹਾਂ 'ਚ ਤੁਸੀਂ ਟੂਰਿਜ਼ਮ ਲਈ ਲੋਕਾਂ ਨੂੰ ਲੈ ਕੇ ਜਾ ਸਕਦੇ ਹੋ, ਕਿੰਨਾ ਕੁ ਟੂਰਿਜ਼ਮ ਇਨਫਰਾਸਟਰਕਚਰ ਹੈ, ਰਾਈਟ। ਤਾਂ ਇਸੇ ਕਰਕੇ ਹੁਣ ਪੰਜਾਬ ਦੀ ਗਵਰਨਮੈਂਟ ਇਹ ਕੋਸ਼ਿਸ਼ ਕਰ ਰਹੀ ਹੈ ਕਿ ਐਗਰੀਕਲਚਰ ਤੋਂ ਹਟ ਕੇ ਦੂਸਰੇ ਸੈਕਟਰਸ 'ਤੇ ਵੀ ਫੋਕਸ ਕੀਤਾ ਜਾਵੇ, ਇੰਡਸਟਰੀ ਵੀ ਵਧਾਈ ਜਾਵੇ ਪੰਜਾਬ ਵਿੱਚ, ਸਰਵਿਸਿਜ਼ ਵੀ ਵਧਾਈ ਜਾਣ, ਕਿਉਂਕਿ ਫਿਊਚਰ ਤਾਂ ਇੱਥੇ ਹੀ ਹੈ। ਐਗਰੀਕਲਚਰ ਤੋਂ ਟ੍ਰਾਂਜੀਸ਼ਨ ਤਾਂ ਹਰ ਇਕੋਨਮੀ ਨੂੰ ਕਰਨਾ ਹੀ ਪੈਂਦਾ ਹੈ, ਰਾਈਟ। ਤਾਂ ਇਸੇ ਲਈ ਹੁਣ ਪੰਜਾਬ ਦੇ CM ਜਿਹੜੇ ਹੈ ਇਹਨਾਂ ਸਭ ਇਨਵੈਸਟਰਾਂ ਨੂੰ ਇਹ ਇੰਡਸਟਰੀ ਤੇ ਸਰਵਿਸ ਸੈਟਅਪ ਕਰਨ ਲਈ ਤੁਹਾਨੂੰ ਕਾफ़ੀ ਪੈਸਾ ਚਾਹੀਦਾ ਹੈ, ਕੈਪੀਟਲ ਚਾਹੀਦੀ ਹੈ। ਤਾਂ ਇਸੇ ਲਈ ਪੰਜਾਬ ਦੇ CM ਭਗਵੰਤ ਮਾਨ ਜਿਹੜੇ ਨੇ ਉਹ ਟੌਪ ਹੌਂਚੋਜ਼ ਯਾਨੀ ਕਿ ਬਹੁਤ ਵੱਡੇ ਵੱਡੇ ਪੈਸੇ ਵਾਲੇ ਲੋਕਾਂ ਨੂੰ, ਇੰਡਸਟਰੀ ਦੇ ਹੈਡਸ ਨੂੰ ਅਟਰੈਕਟ ਕਰਨ ਲਈ ਕਿ ਪੰਜਾਬ ਸਟੇਟ 'ਚ ਆਓ ਤੇ ਇਨਵੈਸਟਮੈਂਟ ਕਰੋ, ਇਸੇ ਲਈ ਉਹਨਾਂ ਨਾਲ ਤੁਸੀਂ ਕਹਿ ਸਕਦੇ ਹੋ ਗੱਲਬਾਤ ਕਰਨ ਗਏ ਨੇ, ਠੀਕ ਹੈ ਜੀ। ਆ ਦੇਖੋ CM ਮਾਨ डिटेल्ड पैरालेज मतलब डिटेल्ड गलबात उन्होंने डिफरेंट इंडस्ट्री लीडर्स नाल कीती है, जिमें कि गोदरेज हो गया, हिंदुस्तान यूनीलीवर, ये फूड प्रोसैसिंग की काफ़ी इंपॉर्टेंट इंडस्ट्री है पंजाब लिए, काफ़ी टिपदी है। महिंद्रा एंड महिंद्रा ट्रैक्टर्स च भी है ते जिंदल स्टील्स अगेन हार्ड इंडस्ट्री बेस इंडस्ट्री सब करन च हेल्प कर सकते हैं। तो इन्ना सब नाल इंटरैक्शन की जा रही है हुण पंजाब CM द्वारा, ताकि इन्हां नूं पंजाब विच बुलाया जा सके। और पंजाब CM ने यह भी रीअश्योर किया है कि असी सिंगल विंडो सिस्टम जिहड़ा है इफेक्टिव तुहाडे लई इंश्योर करांगे। कहण दा मतलब है हजे तो बिजनेसिस नूं जगह जगह जाके परमिशनस क्लीयरेंसिस लैनियां पैंदियां है, इन्वायरमेंट क्लीयरेंस, लैंड क्लीयरेंस, वाटर क्लीयरेंस, पता नहीं क्या क्या, ठीक है। तो पंजाब CM की कह रहे हैं एक जगह ते तुहानूं सारी फैसिलिटीज़ अवेलेबल हो जाएंगियां, गवर्नमेंट दे जिन्ने अप्रूवल्स रिक्वायरमेंट्स है ये सिंगल विंडो मैकेनिज्म के थ्रू तुहानूं अप्रूवल मिलणगे, ठीक है। ये देखो हिंदुस्तान यूनीलीवर नूं पंजाब दे CM ने कहा कि तुसी टोमैटो कैचअप दी मैन्युफैक्चरिंग कैपेसिटी नाभा च एस्टैबलिश करो, असी फार्मर्स नूं टोमैटो उगाउण लई कवांगे, तुसी टोमैटो नूं प्रोसैस करके स्टेट ते दुनिया विच बेचो, ठीक है। तो इसे तरीके नाल मतलब यही है ये तुसी आपदे
GS ਦੇ ਆਨਸਰਸ 'ਚ ਯੂਜ਼ ਕਰ ਸਕਦੇ ਹੋ। ਅਗਰ ਤੁਹਾਨੂੰ ਪੁੱਛਿਆ ਜਾਏ ਕਿ ਪੰਜਾਬ ਦੀ ਇਕਨੋਮਿਕ ਕੰਡੀਸ਼ਨ ਨੂੰ ਠੀਕ ਕਰਨ ਲਈ ਕੀ ਕੀਤਾ ਜਾ ਸਕਦਾ ਹੈ, ਤਾਂ ਪਹਿਲਾਂ ਤਾਂ ਆਪਾਂ ਐਗਰੀਕਲਚਰ 'ਚ ਰਿਫੋਰਮਸ ਲਿਆਣੇ ਹੈ, ਕਿਉਂਕਿ ਐਗਰੀਕਲਚਰ ਆਪਣੀ ਡੋਮੀਨੈਂਟ ਇੰਡਸਟਰੀ ਹੈ। ਤਾਂ ਐਗਰੀਕਲਚਰ ਨੂੰ ਪਹਿਲਾਂ ਤਾਂ ਆਪਾਂ ਸਹੀ ਕਰਨਾ ਹੈ, ਜਿੰਨੇ ਵੀ ਉਹਦੇ ਇਸ਼ੂਜ਼ ਹੈ ਉਹਨੂੰ ਸੋਲਵ ਕਰਨਾ ਹੈ। ਦੂਸਰਾ, ਇੰਡਸਟਰੀ ਤੇ ਸਰਵਿਸਿਜ਼ ਸੈਕਟਰ ਨੂੰ ਪ੍ਰਮੋਟ ਕਰਨਾ ਹੈ। ਤੇ ਇਸ ਹੀ ਪਰਪਸ ਲਈ ਸਾਡੇ ਪੰਜਾਬ ਦੇ CM ਨੇ ਇਹ ਇਨੀਸ਼ੀਏਟਿਵ ਲਿੱਤਾ ਹੈ। ਤਾਂ ਗਵਰਨਮੈਂਟ ਇਨੀਸ਼ੀਏਟਿਵਸ 'ਚ ਇਹ ਐਗਜ਼ਾਮਪਲ ਤੁਸੀਂ ਪ੍ਰੈਜ਼ੈਂਟ ਕਰ ਸਕਦੇ ਹੋ। ਠੀਕ ਹੈ ਜੀ, ਇਹ ਬਹੁਤ ਹੀ ਇੰਪੋਰਟੈਂਟ ਇਸ਼ੂ ਹੈ ਪੰਜਾਬ ਲਈ। ਤੁਹਾਨੂੰ ਈਵਨ ਇੰਟਰਵਿਊਜ਼ 'ਚ ਪੁੱਛ ਸਕਦੇ ਨੇ ਕਿ ਪੰਜਾਬ ਦੀ ਅਗਰ ਇੰਨੀ ਹਾਲਤ ਖਰਾਬ ਹੈ ਤਾਂ ਪੰਜਾਬ ਕਿਆ ਕਰ ਸਕਦਾ ਹੈ। ਤਾਂ ਤੁਸੀਂ ਇਸ ਤਰੀਕੇ ਨਾਲ ਕੰਪਰੀਹੈਂਸਿਵ ਆਨਸਰ ਦੇ ਸਕਦੇ ਹੋ ਵਿਦ ਐਗਜ਼ਾਮਪਲ ਕਿ ਦੇਖੋ ਆਲਰੇਡੀ ਪੰਜਾਬ ਗਵਰਨਮੈਂਟ ਨੇ ਇਹ ਐਫਰਟ ਜਿਹੜਾ ਹੈ ਸ਼ੁਰੂ ਕਰ ਦਿੱਤਾ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਤੁਹਾਡੇ ਕੰਮ ਆਏਗਾ, ਰਾਈਟ। ਚਲੋ ਹੁਣ ਨੈਕਸਟ ਟੌਪਿਕ ਡਿਸਕਸ ਕਰਦੇ ਹਾਂ, ਪਰਾਕਰਮ ਦਿਵਸ। ਪਰਾਕਰਮ ਦਿਵਸ ਤਾਂ ਦੇਖੋ ਐਕਚੁਅਲੀ ਇੰਡੀਅਨ ਗਵਰਨਮੈਂਟ ਨੇ ਇਹ ਨਿਊਜ਼ 'ਚ ਕਿਉਂ ਹੈ, ਕਿਉਂਕਿ ਇੰਡੀਅਨ ਗਵਰਨਮੈਂਟ ਨੇ ਡਿਸਾਈਡ ਕੀਤਾ ਹੈ ਕਿ ਅੰਡਾਮਾਨ ਐਂਡ ਨਿਕੋਬਾਰ ਦੇ 21 ਆਈਲੈਂਡਸ ਦਾ ਨਾਮ ਜਿਹੜਾ ਹੈ ਪਰਮਵੀਰ ਅਵਾਰਡੀ ਸੋਲਜਰਸ ਦੇ ਨਾਮ ਤੇ ਰੱਖਿਆ ਜਾਊਗਾ। ਠੀਕ ਹੈ, ਅੰਡਾਮਾਨ ਐਂਡ ਨਿਕੋਬਾਰ 'ਚ ਬਹੁਤ ਸਾਰੇ ਆਈਲੈਂਡਸ ਹੈ, ਰੌਸ ਆਈਲੈਂਡ ਐਂਡ ਇਸ ਤਰੀਕੇ ਦੇ, ਜਿਨ੍ਹਾਂ ਦੇ ਫੋਰਨਰਸ ਦੇ ਨਾਮ ਤੇ ਆਪਣੇ ਕਲੋਨੀਅਲ ਟਾਈਮ ਤੇ ਉਹਨਾਂ ਦੇ ਨਾਮ ਰੱਖੇ ਗਏ ਸੀ। ਤਾਂ ਹੁਣ ਉਹਨਾਂ ਨੂੰ ਰੀਨੇਮ ਕੀਤਾ ਗਿਆ ਹੈ, ਆਪਣੇ ਇੰਡੀਅਨ ਜਿਹੜੇ ਪਰਾਕਰਮ ਵੀਰ ਚੱਕਰ ਅਵਾਰਡੀਜ਼ ਹੈ ਉਹਨਾਂ ਸੋਲਜਰਸ ਦੇ ਨਾਮ ਤੇ ਰੱਖਿਆ ਜਾਵੇਗਾ। ਠੀਕ ਹੈ, ਸੋ ਜਿਵੇਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦਵੀਪ ਇੱਕ ਨਾਮ ਰੱਖਿਆ ਗਿਆ। ਆ ਦੇਖੋ ਨੀਲ ਆਈਲੈਂਡ, ਹੈਵਲੌਕ ਆਈਲੈਂਡ ਅੰਗਰੇਜ਼ਾਂ ਵਾਲੇ ਨਾਮ ਹੈ, ਇਹਨਾਂ ਨੂੰ ਚੇਂਜ ਕਰਕੇ ਹੁਣ ਸ਼ਾਹਦੀਪ ਆਈਲੈਂਡ, ਆਈ ਮੀਨ ਸ਼ਹੀਦ ਦਵੀਪ, ਸਵਰਾਜ ਦਵੀਪ, ਇਹ ਜਿਹੇ ਨਾਮ ਰੱਖੇ ਗਏ ਨੇ। ਠੀਕ ਹੈ, ਇਸੇ ਵਿੱਚ ਡਿਸਕਸ਼ਨ ਆਈ ਹੈ ਕਿ ਪਰਾਕਰਮ ਦਿਵਸ ਕਿਆ ਹੈ। ਠੀਕ ਹੈ, ਤਾਂ ਪਰਾਕਰਮ ਦਿਵਸ ਬੇਸਿਕਲੀ ਸੁਭਾਸ਼ ਚੰਦਰ ਬੋਸ ਜੀ ਦੀ ਕੰਟਰੀਬਿਊਸ਼ਨ ਨੂੰ ਰਿਕਗਨਾਈਜ਼ ਕਰਦੇ ਹੋਏ ਇਹਨਾਂ ਦੀ ਬਰਥ ਡੇਟ ਨੂੰ 23 ਜਨਵਰੀ ਨੂੰ ਆਪਾਂ ਐਜ਼ ਪਰਾਕਰਮ ਦਿਵਸ ਸੈਲੀਬ੍ਰੇਟ ਕਰਾਂਗੇ। ਠੀਕ ਹੈ, ਜਿਵੇਂ ਆਪਾਂ 2 ਅਕਤੂਬਰ ਗਾਂਧੀ ਜਯੰਤੀ ਦੀ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ, 23 ਜਨਵਰੀ ਆਪਾਂ ਹੁਣ ਪਰਾਕਰਮ ਦਿਵਸ ਦੀ ਤਰ੍ਹਾਂ ਸੈਲੀਬ੍ਰੇਟ ਕਰਿਆ ਕਰਾਂਗੇ। 2021 ਵਿੱਚ ਹੀ ਲਾਂਚ ਹੋ ਗਿਆ ਸੀ, ਐਂ ਨਹੀਂ ਹੈ ਕਿ ਇਸ ਸਾਲ ਲਾਂਚ ਹੋਇਆ, ਇਹ 2021 ਵਿੱਚ ਇਹ ਲਾਂਚ ਕਰ ਦਿੱਤਾ ਸੀ ਗਵਰਨਮੈਂਟ ਨੇ। ਠੀਕ ਹੈ ਜੀ, ਹੁਣ ਬੋਸ ਨਿਊਜ਼ 'ਚ ਹੈਗੇ ਨੇ ਤਾਂ ਆਪਾਂ ਇਹਨਾਂ ਦੀ ਵੀ ਹਿਸਟਰੀ ਦੀ ਡਿਟੇਲਸ ਪੜ੍ਹ ਲੈਂਦੇ ਹਾਂ। ਇਹੀ ਸਭ ਕੁਐਸਚਨ ਆਣੇ ਆ ਤੁਹਾਨੂੰ ਹਿਸਟਰੀ 'ਚ, ਤਾਂ ਆਪਾਂ ਤੁਹਾਡਾ ਸਟੈਟਿਕ ਪੋਰਸ਼ਨ ਵੀ ਡਿਸਕਸ ਕਰ ਲੈਂਦੇ ਹਾਂ ਇੱਥੇ। ਠੀਕ ਹੈ, 23 ਜਨਵਰੀ ਨੂੰ ਇਹਨਾਂ ਦੀ ਬਰਥ ਐਨੀਵਰਸਰੀ ਹੁੰਦੀ ਹੈ। ਕਟਕ, ਠੀਕ ਹੈ, ਜਿਹੜਾ ਕਿ ਉਦੋਂ ਉੜੀਸਾ ਡਿਵੀਜ਼ਨ 'ਚ ਪੈਂਦਾ ਸੀ ਬੰਗਾਲ ਪ੍ਰੋਵਿੰਸ ਦੇ, ਇਸ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਤੇ ਇਹ ਦੇਖੋ ਇਹੋ ਜਿਹੇ ਕੁਛ ਡੈਕੋਰੇਟਡ ਇੰਡੀਅਨਸ ਵਿੱਚੋਂ ਸੀ ਜਿਨ੍ਹਾਂ ਨੇ ਉਸ ਟਾਈਮ ਤੇ ਇੰਡੀਅਨ ਸਿਵਲ ਸਰਵਿਸਿਜ਼ ਦਾ ਐਗਜ਼ਾਮੀਨੇਸ਼ਨ ਕਲੀਅਰ ਕੀਤਾ ਸੀ। ਜਿਵੇਂ ਅੱਜ ਤੁਸੀਂ UPSC PPSC ਲਈ ਐਸਪਾਇਰ ਕਰਦੇ ਹੋ, ਇਹ ਅੰਗਰੇਜ਼ਾਂ ਨੇ ਹੀ ਸਰਵਿਸਿਜ਼ ਉਦੋਂ ਲਾਂਚ ਕੀਤੀਆਂ ਸੀ। ਉਦੋਂ ਇਹਦਾ ਨਾਮ ਸੀ ਇੰਡੀਅਨ ਸਿਵਲ ਸਰਵਿਸਿਜ਼ ਜਾਂ ਪ੍ਰੋਵਿੰਸ਼ੀਅਲ ਸਿਵਲ ਸਰਵਿਸ। ਠੀਕ ਹੈ, ਤਾਂ ਇਹ ਵੀ ਉਹਨਾਂ ਇੱਕ ਬੰਦਿਆਂ 'ਚੋਂ ਸੀ ਜਿਨ੍ਹਾਂ ਨੇ ਇਹ ਐਗਜ਼ਾਮ ਕਲੀਅਰ ਕੀਤਾ ਸੀ। ਫਿਰ ਵੀ ਇਹਨਾਂ ਨੇ ਸਰਵਿਸ ਜਿਹੜੀ ਹੈ ਜੁਆਇਨ ਨਹੀਂ ਕੀਤਾ ਸੀ, ਆਈ ਮੀਨ ਜੁਆਇਨ ਕਰਕੇ ਰਿਜ਼ਾਈਨ ਕਰ ਦਿੱਤਾ ਸੀ, ਕਿਉਂਕਿ ਇਹਨਾਂ ਨੂੰ ਲੱਗਿਆ ਕਿ ਇਹਨਾਂ ਦੀ ਕੰਟਰੀਬਿਊਸ਼ਨ ਕੰਟਰੀ ਵੱਲ ਜ਼ਿਆਦਾ ਹੋਣੀ ਚਾਹੀਦੀ ਆ, ਉੱਥੇ ਇਹ ਜ਼ਿਆਦਾ ਇੰਪੈਕਟ ਕਰ ਸਕਦੇ ਨੇ। ਠੀਕ ਹੈ ਜੀ, ਤਾਂ ਇਹ ਬਹੁਤ ਇੰਪੋਰਟੈਂਟ ਇਹਨਾਂ ਦੇ ਬਾਰੇ ਫੈਕਟ ਹੈ, ਇਹ 'ਤੇ ਕੁਐਸਚਨ ਆ ਸਕਦਾ ਹੈ। ਠੀਕ ਹੈ ਜੀ, ਇਹ ਵਿਵੇਕਾਨੰਦ ਜੀ ਦੀ ਟੀਚਿੰਗਸ ਤੋਂ ਕਾਫੀ ਇਨਫਲੂਐਂਸਡ ਸੀ। ਤੁਹਾਨੂੰ ਪਤਾ ਹੈ ਅੱਜ ਕੱਲ੍ਹ ਵੀ ਯੂਥ ਵਿਵੇਕਾਨੰਦ ਜੀ ਦੀ ਟੀਚਿੰਗਸ ਤੋਂ ਕਾਫੀ ਇੰਸਪੀਰੇਸ਼ਨ ਲੈਂਦਾ ਹੈ। ਤਾਂ ਸੁਭਾਸ਼ ਚੰਦਰ ਬੋਸ ਵੀ ਉਹਨਾਂ 'ਚੋਂ ਇੱਕ ਸੀ। CR ਦਾਸ, ਚਿਤਰੰਜਨ ਦਾਸ ਨੂੰ ਇਹ ਆਪਦਾ ਮੈਂਟਰ ਜਾਂ ਗੁਰੂ ਮੰਨਦੇ ਸੀ, ਰਾਈਟ। ਇਹਨਾਂ ਨੇ ਕੰਟਰੀ ਦੇ ਸਭ ਵੱਡੇ ਮੂਵਮੈਂਟ ਵਿੱਚ ਪਾਰਟੀਸਿਪੇਟ ਕੀਤਾ, ਨੌਨ ਕੋਆਪਰੇਸ਼ਨ ਮੂਵਮੈਂਟ ਹੋਵੇ, ਸਾਲਟ ਸੱਤਿਆਗ੍ਰਹਿ ਹੋਵੇ, CDM ਹੋਵੇ, ਹਰ ਕਿਤੇ ਪਾਰਟੀਸਿਪੇਟ ਕੀਤਾ। ਤੇ ਈਵਨ ਜਦੋਂ ਗਾਂਧੀ ਜੀ ਨੇ CDM ਦੇ ਵੇਲੇ ਜਿਹੜੀ CDM ਨੂੰ ਵਿਡਰੋ ਕਰ ਲਿਆ ਸੀ ਸਮਝੌਤੇ ਦੇ ਅੰਡਰ, ਉਸ ਟਾਈਮ ਤੇ ਵੀ ਇਹਨਾਂ ਨੇ ਕਾਫੀ ਇਤਰਾਜ਼ ਜਤਾਇਆ ਸੀ, ਜਿਵੇਂ ਕਿ ਨਹਿਰੂ ਤੇ ਹੋਰ ਲੀਡਰਸ ਨੇ ਵੀ ਜਤਾਇਆ ਸੀ। ਠੀਕ ਹੈ ਜੀ, ਹੁਣ ਅਗਰ ਕਾਂਗਰਸ ਨਾਲ ਆਪਾਂ ਇਹਨਾਂ ਦੀ ਹਿਸਟਰੀ ਦੇਖੀਏ ਤਾਂ 1938 ਵਿੱਚ ਜਦੋਂ ਹਰੀਪੁਰਾ ਵਿੱਚ ਸੈਸ਼ਨ ਹੋਇਆ ਸੀ ਤਾਂ ਇਹ ਹੀ ਉਸ ਸੈਸ਼ਨ ਦੇ ਪ੍ਰੈਜ਼ੀਡੈਂਟ ਸੀ। ਬੋਸ ਜਿਹੜੇ ਸੀ ਉਦੋਂ ਕਾਂਗਰਸ ਦੇ ਸੈਸ਼ਨ ਦੇ ਪ੍ਰੈਜ਼ੀਡੈਂਟ ਸੀਗੇ। ਅਗਲੇ ਸਾਲ ਅਗੇਨ 1939 ਵਿੱਚ ਤ੍ਰਿਪੁਰੀ ਸੈਸ਼ਨ ਹੋਇਆ ਸੀ, ਉਸ 'ਚ ਵੀ ਇਹ ਜਿੱਤ ਗਏ ਸੀ ਅਗੇਂਸਟ ਪਤਾਭੀ ਸੀਤਾਰਾਮਈਆ। ਠੀਕ ਹੈ, ਇਹ ਗਾਂਧੀ ਜੀ ਦੇ ਬੈਕਡ ਜਾਂ ਸਪੋਰਟਡ ਕੈਂਡੀਡੇਟ ਸੀ, ਇਹ ਬੋਸ ਦੇ ਅਗੇਂਸਟ ਖੜੇ ਹੋਏ ਸੀ, ਬਟ ਇਹ ਹਾਰ ਗਏ ਸੀ ਤੇ ਬੋਸ ਜਿੱਤ ਗਏ ਸੀ।
ਠੀਕ ਹੈ। ਬਟ ਬੋਸ ਗਾਂਧੀ ਜੀ ਦੀ ਰਿਸਪੈਕਟ ਕਰਦੇ ਹੋਏ, ਉਹਨਾਂ ਨੂੰ ਪਤਾ ਸੀ ਕਿ ਗਾਂਧੀ ਜੀ ਉਹਨਾਂ ਨੂੰ ਐਜ਼ ਅ ਪ੍ਰੈਜ਼ੀਡੈਂਟ ਨਹੀਂ ਚਾਹੁੰਦੇ, ਤਾਂ ਬੋਸ ਨੇ ਰਿਜ਼ਾਈਨ ਕਰ ਦਿੱਤਾ ਸੀ ਇਸ ਸੈਸ਼ਨ ਦੀ ਪ੍ਰੈਜ਼ੀਡੈਂਸੀ ਤੋਂ, ਤੇ ਉਹਨਾਂ ਨੇ ਅੱਡ ਹੋ ਕੇ ਫਾਰਵਰਡ ਬਲੌਕ ਨਾਮ ਦੀ ਇੱਕ ਪਾਰਟੀ ਲਾਂਚ ਕੀਤੀ। ਠੀਕ ਹੈ, ਯਾਦ ਰੱਖਣਾ ਹੈ, ਪੁੱਛ ਸਕਦੇ ਨੇ ਫਾਰਵਰਡ ਬਲੌਕ ਕਿਸਨੇ ਬਣਾਇਆ ਸੀ? ਸੁਭਾਸ਼ ਚੰਦਰ ਬੋਸ ਨੇ ਫਾਰਵਰਡ ਬਲੌਕ ਬਣਾਇਆ ਸੀ। ਠੀਕ ਹੈ ਜੀ। ਇਹਨਾਂ ਦੀ ਥੋੜਾ ਗਾਂਧੀ ਜੀ ਨਾਲ ਕਿਉਂ ਨਹੀਂ ਬਣਦੀ ਸੀ? ਕਿਉਂਕਿ ਇਹਨਾਂ ਦੀ ਥੋੜੀ ਵਾਇਲੈਂਸ ਦੇ ਵੱਲ ਜ਼ਿਆਦਾ ਆਪਾਂ ਕਹਿ ਸਕਦੇ ਹਾਂ, ਇਹਨਾਂ ਨੂੰ ਨਹੀਂ ਲੱਗਦਾ ਸੀ ਕਿ ਨੌਨ ਵਾਇਲੈਂਟ ਮੀਨਸ ਹੀ ਜਿਹੜੇ ਹੈ ਉਹ ਯੂਜ਼ ਹੋਣੇ ਚਾਹੀਦੇ ਹੈ। ਇਹਨਾਂ ਨੂੰ ਲੱਗਦਾ ਸੀ ਕਿ ਅਗਰ ਅੰਗਰੇਜ਼ ਨੇ ਉਹਨਾਂ ਦੇ ਅਗੇਂਸਟ ਆਪਾਂ ਨੂੰ ਹਥਿਆਰ ਵੀ ਉਠਾਉਣਾ ਚਾਹੀਦਾ ਹੈ। ਇਸੇ ਲਈ ਦੇਖੋ, ਇਹਨਾਂ ਨੇ ਇੰਡੀਅਨ ਨੈਸ਼ਨਲ ਆਰਮੀ ਜਿਹੜੀ ਹੈ ਕ੍ਰੀਏਟ ਕੀਤੀ ਸੀ ਸਿੰਗਾਪੁਰ 'ਚ ਜਾ ਕੇ। ਸਿੰਗਾਪੁਰ ਉਸ ਟਾਈਮ ਜਾਪਾਨ ਦੇ ਕੰਟਰੋਲ ਦੇ ਵਿੱਚ ਹੁੰਦਾ ਸੀ। ਠੀਕ ਹੈ ਜੀ। ਤਾਂ ਇਹਨਾਂ ਨੇ ਉੱਥੇ ਇੰਡੀਅਨ ਨੈਸ਼ਨਲ ਆਰਮੀ ਕ੍ਰੀਏਟ ਕੀਤੀ। ਜਿੰਨੇ ਵੀ ਇੰਡੀਅਨ ਬੰਦੀ ਸੀ ਉੱਥੇ, ਜਾਂ ਇੰਡੀਅਨ ਮਾਈਗਰੈਂਟਸ ਉੱਥੇ ਰਹਿੰਦੇ ਹੁੰਦੇ ਸੀ, ਉਹਨਾਂ ਸਭ ਨੂੰ ਮਿਲਾ ਕੇ ਉੱਥੇ ਹੀ ਇਹਨਾਂ ਨੇ ਆਜ਼ਾਦ ਹਿੰਦ ਗਵਰਨਮੈਂਟ ਇਸਟੈਬਲਿਸ਼ ਕੀਤੀ। ਆਜ਼ਾਦ ਰੇਡੀਓ ਵੀ ਇਸਟੈਬਲਿਸ਼ ਕੀਤਾ, ਜਿਹਦੇ ਥਰੂ ਇਹ ਸਾਰੇ ਇੰਡੀਆ ਨੂੰ ਤੁਸੀਂ ਕਹਿੰਦੇ ਹੋ ਐਡਰੈਸ ਕਰਦੇ ਸੀ। ठीक है। इन्होंने फेमस स्लोगन भी दिते, दिल्ली चलो, तुम मुझे खून दो मैं तुम्हें आज़ादी दूंगा। ये सब इन्हों दियां कॉन्ट्रीब्यूशनस रही। ये काफ़ी इंपॉर्टेंट फोर्स रही है ना जी। इनिशियली काफ़ी छोटी होनी है, बट हौली हौली 50,000 इंडियंस इस विच एंटर हो गए सी। तुसी खुद देखो कितनी वड्डी आर्मी सी। ठीक है। इन्होंने जापान नाल मिल के ब्रिटिश नूं अटैक करन दी भी कोशिश की, बट वर्ल्ड वॉर 2 दे विच जापान नाल जो होया सी, उस तो बाद जापान ने इंडिया दी या INA दी हैल्प करन तो मना कर दिता। लास्ट मिनट ते तुसी कह सकते हो कि काफ़ी INA नूं जापान दी सपोर्ट जिहड़ी है ओह मिलनी हट गई। जदों ही इन्होंने अटैक करना सी ब्रिटिश ते, उस टाइम ते ही जापान दे न्यूक्लीयर बॉम्ब सिट्टे गए एंड जापान ने विड्रॉ कर लिया। ठीक है। ये थोड़ी कुछ हिस्टरी है, बाकी तुसी स्टैटिक आपदे बुक च पढ़ो। जो इंपॉर्टेंट डाटा है मैं थोड़ा इत्थे डिस्कस कर लिया है। सुभाष चंद्र बोस बहुत इंपॉर्टेंट हिस्टोरिक पर्सनैलिटी ने, तो इसीलिए डिटेल्स आपां नूं पता होनियां जरूरी ने। राइट। नेक्स्ट टॉपिक करते हैं सेंटर एनालिसिस। सुभाष चंद्र बोस आपदा प्रबंधक पुरस्कार। आपदा मतलब डिजास्टर, प्रबंधक मतलब प्रबंधन मतलब मैनेजमेंट तुसी कह सकते हो। पुरस्कार आपां नूं पता ही है अवार्ड। राइट। तो बेसिकली ये नवी कैटेगरी के अवार्ड्स इंडियन गवर्नमेंट ने लॉन्च किए हैं टू रिकगनाइज एंड ऑनर द कॉन्ट्रीब्यूशन ऑफ इंडिविजुअल्स और ऑर्गेनाइजेशन इन द फील्ड ऑफ डिजास्टर। ठीक है। जब भी कंट्री च डिजास्टर आते हैं तो बहुत सारे यह जे ऑफिशियल्स होंगे ने या यह जी एजेंसीज होंदियां ने, जिमें कि अपनी NDRF, ਜਿਹੜੀਆਂ कि बहुत ही बहादुरी नाल लोकां नूं इस डिजास्टर्स तो बचांदियां है, चाहे अर्थक्वेक हो, साइक्लोन हो, लैंडस्लाइड हो। ठीक है। सारे किते कुछ लोग जिहड़े है काफ़ी मेहनत करते हैं, तो इन्हां दी ही कॉन्ट्रीब्यूशन नूं रिकॉगनाइज करन लई ये पुरस्कार या ये अवार्ड्स जिहड़े है इंट्रोड्यूस किए गए ने। ठीक है जी। ਹੁਣ 2023 ਦਾ ਪੁਰਸਕਾਰ ਜਿਹੜਾ ਹੈ ਦੋ ਬਹੁਤ ਹੀ ਐਮੀਨੈਂਟ ਏਜੰਸੀਜ਼ ਨੂੰ ਮਿਲਿਆ ਹੈ। ਇੱਕ ਹੈ ਓਡੀਸ਼ਾ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਤੇ ਦੂਸਰੀ ਹੈ ਲੁੰਗਲੇਈ ਫਾਇਰ ਸਟੇਸ਼ਨ ਮਿਜ਼ੋਰਮ। ਠੀਕ ਹੈ ਜੀ। ओडिशा ਦੀ ਤਾਂ ਤੁਸੀਂ ਗੱਲ ਹੀ ਨਾ ਕਰੋ, ਮਤਲਬ ਓਡੀਸ਼ਾ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਜਿਹੜੀ ਹੈ ਇਹ ਈਵਨ ਇੰਟਰਨੈਸ਼ਨਲ ਲੈਵਲ ਤੇ ਰਿਕਗਨਾਈਜ਼ ਹੋ ਚੁੱਕੀ ਹੈ। ਇਹਦੀ ਡਿਜ਼ਾਸਟਰ ਮੈਨੇਜਮੈਂਟ ਦੀ ਸਵਿਫਟਨੈਸ, ਪ੍ਰੀਪੇਅਰਡਨੈਸ ਜਿਹੜੀ ਹੈ, ਈਵਨ UN ਨੇ ਇਸ ਨੂੰ ਰਿਵਾਰਡ ਤੇ ਰਿਕਗਨਾਈਜ਼ ਕੀਤਾ ਹੈ, ਤੇ ਈਵਨ ਬਾਕੀ ਵਰਲਡ ਨੂੰ उड़ीसा की एग्जाम्पल फॉलो करने ਲਈ ਕਿਹਾ ਹੈ। ठीक है। इन्होंने बड़े ही एक्टिवली जो है अपने साइक्लोन्स ਨੂੰ फेस किया है। ठीक है। उड़ीसा ਜਿਹੜੀ ਹੈ ਤੁਹਾਡੀ ईस्ट ਚ ਆਉਂਦੀ ਹੈ। इंडिया का मैप अगर तुसी कभी देखा है, ਇਹ ਆਪਣੀ ਉੜੀਸਾ है, तो ये बहुत ही साइक्लोन प्रोन स्टेट है। हर साल साइक्लोन आने की संभावना काफ़ी हाई रहती है। तो उड़ीसा ने प्रिपेयर्डनैस ही इस तरीके नाल की है कि उन्हें हर साल साइक्लोन नूं अच्छे तरीके नाल डील कर पाते हैं। अर्लिंग वार्निंग सिस्टम बनाए हैं इन्होंने, शैल्टर्स बनाए हैं लोगों नूं रखण लई जद आ जाए, किचन्स वगैरह बनाई हैं, कम्यूनिटी किचन्स उस टाइम ते लोगों नूं हैल्प करन लई। ठीक है जी। पंचायत नूं भी ये इनवॉल्व करते हैं, पंचायत नूं भी ट्रेनिंग दी हुई है कि इमीजीएटली रिस्पोंड किवें करना है। स्टेट डिजास्टर रिस्पॉन्स फोर्स जिहड़ी है इन्होंने बनाई है। इंडिया विच बहुत ही घट स्टेट्स हैं, 4 तो 5 स्टेट्स ही होणगियां जिथे स्टेट डिजास्टर रिस्पॉन्स फोर्स है, तो उड़ीसा जिहड़ी है उन्हां चों एक स्टेट है।
ਰਾਈਟ। ਇਹਨਾਂ ਨੇ ਆਪਦੀ ਸਟੇਟ ਪੁਲਿਸ ਨੂੰ ਵੀ ਕਾਫੀ ਟ੍ਰੇਨਿੰਗ ਦਿੱਤੀ ਹੈ ਕਿ ਡਿਜ਼ਾਸਟਰਸ ਤੋਂ ਕਿਵੇਂ ਆਪਾਂ ਫੇਸ ਕਰਨਾ ਹੈ ਅਗਰ ਕੋਈ ਡਿਜ਼ਾਸਟਰ ਆ ਜਾਏ। ਇਸੇ ਲਈ ਇਹ ਜਿਹੜੀ ਏਜੰਸੀ ਹੈ ਇਹਨੂੰ ਅਵਾਰਡ ਦੇਣਾ ਕਾਫੀ ਜਾਇਜ਼ ਸੀ। ਠੀਕ ਹੈ, ਇਸੇ ਲਈ ਪਹਿਲਾ ਅਵਾਰਡ ਜਿਹੜਾ ਦਿੱਤਾ ਗਿਆ ਹੈ ਉਹ ਉੜੀਸਾ ਨੂੰ ਦਿੱਤਾ ਹੈ ਫॉर ਸਾਈਕਲੋਨ ਮੈਨੇਜਮੈਂਟ। ਹੁਡ ਹੋਇਆ ਤੁਹਾਡਾ, ਫੈਨੀ ਹੋਇਆ, ਅਮਫਾਨ ਹੋਇਆ, ਸਭ ਵਿੱਚ ਇਸ ਏਜੰਸੀ ਨੇ ਕਾਫੀ ਅੱਛਾ ਪਰਫॉर्म ਕੀਤਾ ਹੈ। और जो लॉस है लाइफ का लॉस इकनॉमिक लॉस काफ़ी घट करन च हेल्प किया है। सैकेंड अवार्ड मिलया है लुंगलेई फायर स्टेशन मिजोरम नू। इन्हां ने भी काफ़ी अच्छी परफॉर्मेंस दिखाई है। मैसिव फायर्स रिपोर्ट कीतियां गईयां सी 2021 विच, उदों इन्हां ने काफ़ी एरिया नू प्रोटैक्ट किया, लोकां नू प्रोटैक्ट किया ਤੇ ਲੋਕਾਂ ਦੀ ਜਾਨ ਬਚਾਈ। ਇਸੇ ਲਈ ਇਹਨਾਂ ਨੂੰ ਵੀ ਅਵਾਰਡ ਦਿੱਤਾ ਗਿਆ। ਠੀਕ ਹੈ, ਇਹ ਦੋਨਾਂ ਦਾ ਨਾਮ ਯਾਦ ਰੱਖਣਾ ਹੈ, ਪੇਪਰ ਵਿੱਚ ਇਹੀ ਪੁੱਛਣਗੇ ਤੁਹਾਨੂੰ ਕਿਹੜੀ ਕਿਹੜੀ ਏਜੰਸੀ ਨੂੰ ਮਿਲਿਆ ਹੈ। ਰਾਈਟ, ਇਸ ਅਵਾਰਡ ਦੇ ਅੰਡਰ ਦੇਖੋ 51 ਲੱਖ ਰੁਪਏ ਮਿਲਦਾ ਹੈ ਤੇ ਇੱਕ ਐਪਰੀਸੀਏਸ਼ਨ ਸਰਟੀਫਿਕੇਟ ਮਿਲਦਾ ਹੈ ਜੋ ਵੀ ਵਿਨਰ ਹੋਊਗਾ। ਰਾਈਟ, ਇਸੇ ਲਈ ਕਾफ़ी इंपॉर्टेंट अवार्ड है। राइट, नेक्स्ट टॉपिक करते हैं चराइदियो मोएडम्स। चराइदियो मोएडम्स इंडियाज़ लेटेस्ट नॉमिनी टू यूनेस्कोज वर्ल्ड हैरीटेज साइट। ठीक है, तुहानू पता ही होना यूनेस्को की वर्ल्ड हैरीटेज साइट्स इंडिया विच बहुत सारी यह जी साइट्स हैं जिहड़ियां यूनेस्को ने रिकगनाइज कीतियां हुई हैं। तुहाडा ताज महल हो गया, आगरा फोर्ट हो गया, चर्चिज़ हो गए गोवा दे, महाबोधि टैंपल हो गया बिहार का। यह जी बहुत सारी जगहां हैं जिहड़ियां कि वर्ल्ड हैरीटेज साइट के तरीके नाल रिकगनाइज कीतियां गईयां ने। राइट, तो हुण ये नवी एंट्री जिहड़ी है इंडिया ने प्रपोज की है। असम ने स्पैशली ये याद रखना है, चारादियो मोएडम्स कित्थे ने? असम विच। क्वेश्चन आ सकता है। राइट, अहोम डायनेस्टी नाल ये रिलेटेड है। आप डिटेल च डायनेस्टी नू थोड़ा डिस्कस करांगे अगे। ठीक है, तो ये दो फैक्चुअल डिटेल्स डिस्कस करनी है। ठीक है जी, तो ये चराइदियो मोएडम्स है क्या? राइट, ये बरियल साइट्स हैं, बेसिकली बरियल साइट्स। ठीक है, ये समझन लई तुसी इहनू पिरामिड्स, इजिप्ट के पिरामिड्स तुसी पढ़े होणगे, देखे होणगे बहुत बार। एक्साइटमेंट नाल आपां उन्हां दी कहानियां भी सुनिया है। जिवें इजिप्ट च राजियां नू की करदे सी, दफना के ਉਹਦੇ ਉੱਤੇ ਪਿਰਾमिड ਦਾ ਸਟਰਕਚਰ ਸਪੈਸ਼ਲ ਬਣਾਉਂਦੇ ਸੀ। ਰਾਈਟ, ਸਪੈਸ਼ਲੀ ਅਗਰ ਜਿਹੜਾ ਵੱਡਾ ਰਾਜਾ ਸੀ ਉਹਦਾ ਪਿਰਾमिड ਤਾਂ ਕਾਫੀ ਹੀ ਇਨਫਲੂਐਂਸ਼ੀਅਲ ਤਰੀਕੇ ਨਾਲ ਵੱਡੇ ਸਾਈਜ਼ 'ਚ ਬਣਾਇਆ ਜਾਂਦਾ ਸੀ। ਤਾਂ ਇਸੇ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ, ਆ ਪਿਕਚਰ 'ਚ ਦੇਖੋ, ਜਿਹੜੇ ਅਹੋਮ ਡਾਇਨੈਸਟੀ ਦੇ ਰੂਲਰ ਸੀ ਉਹਨਾਂ ਦੀ ਜਿਹੜੀਆਂ ਵੀ ਬਰੀਅਲਸ ਹੁੰਦੀਆਂ ਸੀ ਉਹਦੇ ਉੱਤੇ ਇਹ ਮਾਊਂਡ सैंड माउंड का स्ट्रक्चर बनाया जाता सी। ठीक है, ऑलमोस्ट पिरामिड वर्गा ही है। उन्होंने पिरामिडिकल स्ट्रक्चर्स बनाए सी, साडे राजियां ने आह माउंड के स्ट्रक्चर्स बनाए ने। ठीक है जी, ये है बेसिकली जड़े है ये जड़ा आप कह रहे हैं चरादियो मोएडम्स। ठीक है जी, तो मोएडम्स और कुछ नहीं, माउंड ऑफ रेज्ड अर्थ। ठीक है जी, ਜਿਹੜੇ ਚਰਾਇदियो च मोएडम्स है, ਜਿਹੜੇ ਚਰਾਇदियो च मोएडम्स है ਇਹ एक्सक्लूसिवली अहोम दे किंग्स या रॉयल फैमिली ਨੂੰ बिलोंग करते हैं। नहीं तो अदरवाइज बहुत सारे ਇਹੋ ਜਿਹੇ माउंड्स या मोएडम्स बने हुए ने होर जगहों ਤੇ भी, जोरात, डिब्रूगढ़ वगैरह, जो होर भी अमीर लोगों ਦੇ पर राजियां दे ते राजे दी फैमिली दे माउंड्स वो चराइदियो च पाए जाते हैं। इसीलिए चराइदियो नू वर्ल्ड हैरीटेज साइट दा बनाने लई प्रपोजल पाया गया है। ठीक है, हुण थोड़ा अहोम किंगडम दे बारे भी देख लैने हैं। अहोम किंगडम जिहड़ा है वन ऑफ दी बेस्ट, आप तुसी कह सकते हो बहुत ही स्ट्रॉन्ग डायनेस्टी रही है। अच्छे रूलर्स भी रहे ने, ये इस तरीके के रूलर्स नहीं सी जो लोगों को एक्सप्लॉइट करन। ये लॉन्गेस्ट रीनिंग डायनेस्टी रही है, स्पैशली नॉर्थ ईस्ट के तुहाडे पार्ट विच। ठीक है, इन्हां दे फाउंडर जिहड़े सी चाओलुंग सुखपा, इहदा नाम याद रखना है, फाउंडर पूछा जा सकता है होम डायनेस्टी का। 13th सेंचुरी च देखो इन्हां ने यह जिहड़ी आपदी डायनेस्टी आपदा किंगडम एस्टैबलिश किया। ते जद तक ब्रिटिश नहीं आएंगे, ट्रीटी ऑफ यंदाबो 1826,
ਠੀਕ ਹੈ। ਤੁਸੀਂ ਖੁਦ ਦੇਖ ਲਓ 1200 ਸਮਥਿੰਗ ਤੋਂ ਸਮਝ ਲਓ ਇਹਨਾਂ ਨੇ ਸਟਾਰਟ ਕੀਤਾ ਤੇ 600 ਸਾਲ ਆਲਮੋਸਟ ਇਹਨਾਂ ਨੇ ਰਾਜ ਕੀਤਾ ਹੈ। ਤਾਂ ਚਾਹੇ ਮੁਗਲਸ ਆਣ, ਵੱਡੇ ਵੱਡੇ ਇਨਵੇਡਰਸ ਆਣ, ਔਰੰਗਜ਼ੇਬ, ਜਿੰਨੇ ਵੀ ਵੱਡੇ ਮੁਗਲ ਸੀਗੇ ਜਿਹੜੇ ਜਿਨ੍ਹਾਂ ਨੇ ਸਾਰੇ ਅੰਪਾਇਰ ਖਰਾਬ ਕਰਤੇ, ਮਰਾਠਾਸ ਖਤਮ ਕਰਤੇ, ਪੰਜਾਬ ਦੇ ਅੰਪਾਇਰ ਖਰਾਬ ਕਰਤੇ, ਉਦੋਂ ਤਦ ਤੱਕ ਵੀ ਇਹ ਸਰਵਾਈਵ ਕਰਦੇ ਰਹੇ। ਠੀਕ ਹੈ। ਹੋਮ ਡਾਇਨੈਸਟੀ ਜਿਹੜੀ ਹੈ ਕਾफ़ी ਇਨਫਲੂਐਂਸ਼ੀਅਲ ਡਾਇਨੈਸਟੀ ਰਹੀ ਹੈ, ਇसीलिए ਇਹ ਕਾफ़ी ਇੰਪੋਰਟੈਂਟ ਹੈ। ਰਾਈਟ। ਇਹਨਾਂ ਦੇ ਤੁਸੀਂ ਪੋਲੀਟੀਕਲ ਸੈਟਅਪ ਦੇਖੋ ਤਾਂ ਫੋਰਸਡ ਲੇਬਰ ਇਹ ਯੂਜ਼ ਕਰਦੇ ਸੀ ਉਸ ਟਾਈਮ ਤੇ। ਤੁਹਾਨੂੰ ਪਤਾ ਹੈ ਲੇਬਰ ਇਸ ਤਰੀਕੇ ਨਾਲ ਹੀ ਯੂਜ਼ ਹੁੰਦੀ ਸੀ ਹਰੀ ਡਾਇਨੈਸਟੀ ਵਿੱਚ। ਠੀਕ ਹੈ। ਇਹਨਾਂ ਦੀ ਸੋਸਾਇਟੀ ਜਿਹੜੀ ਹੈ ਕਲੈਨਸ ਵਿੱਚ ਡਿਵਾਈਡਡ ਰਹਿੰਦੀ ਸੀ। ਊਂ ਤਾਂ ਜਿਹੜੇ ਅਹੋਮਸ ਹੈ ਉਹ ਐਕਚੁਅਲੀ ਟਰਾਈਬਲ ਗੋਡਸ ਨੂੰ ਪ੍ਰੇ ਕਰਦੇ ਸੀ। ਅਹੋਮਸ ਜਿਹੜੇ ਹੈ ਐਕਚੁਅਲੀ ਇਹ ਸਾਊਥ ਈਸਟ ਏਸ਼ੀਆ ਤੋਂ ਆਏ ਸੀ, ਜਿਹੜਾ ਅੱਜ ਦਾ ਤੁਹਾਡਾ ਇਹ ਇੰਡੋ ਚਾਈਨਾ ਵਗੈਰਾ ਰੀਜਨ ਹੈ ਉੱਥੋਂ ਇਹ ਆਏ ਸੀ ਇੰਡੀਆ ਦੇ ਨਾਰਥ ਈਸਟ ਵਿੱਚ। ਇੱਥੇ ਆ ਕੇ ਬਸ ਗਏ ਤੇ ਲੋਕਲ ਪੋਪੂਲੇਸ਼ਨ ਨਾਲ ਹੀ ਰਲ ਮਿਲ ਗਏ। ਇਹਨਾਂ ਨੇ ਲੋਕਲ ਪੋਪੂਲੇਸ਼ਨ ਦਾ ਰਿਲੀਜਨ, ਹਿੰਦੂ ਰਿਲੀਜਨ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ, ਉਹਨੂੰ ਬਲਕਿ ਅਪਣਾਇਆ। ਅਸਮੀਜ਼ ਲੈਂਗੁਏਜ ਵੀ ਇਹਨਾਂ ਨੇ ਅਪਣਾਈ। ਤਾਂ ਮਤਲਬ ਇਹ ਇੰਡੀਆ ਵਿੱਚ ਆ ਕੇ ਇੰਡੀਅਨ ਹੀ ਬਣ ਗਏ। ਇਸੀलिए ਇਹਨਾਂ ਦੀ ਰੀਨ ਇੰਨੀ ਲੰਬੀ ਹੋਣ ਦਾ ਕਾਰਨ ਇਹ ਵੀ ਇੱਕ ਇੰਪੋਰਟੈਂਟ ਕਾਰਨ ਹੈ। ਠੀਕ ਹੈ। ਇਹਨਾਂ ਨੇ ਸਪਰੈਸ਼ਨ ਨਹੀਂ ਕੀਤੀ ਬਲਕਿ ਲੋਕਾਂ ਦੇ ਨਾਲ ਹੀ, ਲੋਕਲ ਲੋਕਾਂ ਦੇ ਨਾਲ ਹੀ ਰਲ ਮਿਲ ਗਏ। ਇਸੇ ਲਈ ਇਹਨਾਂ ਦੀ ਰੀਲ ਜੋ ਹੈ ਕਾफ़ੀ ਲੰਬੀ ਹੈ। ਈਵਨ ਇਹਨਾਂ ਨੇ ਇੰਟਰ ਮੈਰਿजेस ਲੋਕਲਸ ਨਾਲ ਵੀ ਕੀਤੀਆਂ ਤਾਂ ਕਿ ਲੋਕਲਸ ਨਾਲ ਸੰਬੰਧ ਸਟਰੋਂਗ ਹੋ ਸਕੇ। ਰਾਈਟ। ਇਹਨਾਂ ਦੇ ਬਹੁਤ ਹੀ ਇੱਕ ਇੰਪੋਰਟੈਂਟ ਮਿਲਟਰੀ ਜਨਰਲ ਸੀ ਲਚਿਤ ਬੋਰਫੁਕਾਨ। ਇਹ ਵੀ ਬਹੁਤ ਇੰਪੋਰਟੈਂਟ ਨੇ, ਇਹਨਾਂ ਤੇ ਵੀ ਕੁਐਸਚਨ ਆ ਸਕਦਾ ਹੈ। ਇਸ ਨੂੰ ਵੀ ਆਪਾਂ ਕਿਸੇ ਦਿਨ ਡਿਸਕਸ ਕਰਾਂਗੇ। ਹਜੇ ਲਈ ਸਿਰਫ ਨਾਮ ਯਾਦ ਕਰ ਲਓ ਲਚਿਤ ਬੋਰਫੁਕਾਨ। ਇਹ ਅਹੋਮ ਡਾਇਨੈਸਟੀ ਅਸਮ ਨੂੰ ਬਿਲੋਂਗ ਕਰਦੇ ਸੀ। ਠੀਕ ਹੈ। ਦੈਟ ਇਜ਼ ਆਲ ਇਹਦੇ ਲਈ। ਹੋਰ ਕਦੀ ਆਪਾਂ ਹੋਰ ਡਿਟੇਲਸ ਨੈਕਸਟ ਟਾਈਮ ਡਿਸਕਸ ਕਰਾਂਗੇ, ਆਲਦੋ ਤੁਸੀਂ ਸਟੈਟਿਕ ਪਾਸਟ 'ਚ ਕਵਰ ਕਰ ਸਕਦੇ ਹੋ। ਨੈਕਸਟ ਵੈਰੀ ਇੰਪੋਰਟੈਂਟ ਟੌਪਿਕ ਮੇਨਸ ਦੇ ਲਈ, ਕਾਲ ਸੈਸ਼ਨ ਔਨ ਮਾਈਗ੍ਰੇਸ਼ਨ ਆਫ ਯੂਥ ਸੇਜ਼ ਰੂਮਾਵਾਲੀਆ। ਐਕਚੁਅਲੀ ਇਹ ਜਿਹੜੇ ਆਪਣੇ ਇੱਕ ਲੈਜਿਸਲੇਟਰ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਮਾਈਗ੍ਰੇਸ਼ਨ ਤੇ ਜਿੰਨੀ ਪੰਜਾਬ ਦੇ ਵਿੱਚੋਂ ਮਾਈਗ੍ਰੇਸ਼ਨ ਆਊਟਵਰਡ ਮੂਵਮੈਂਟ ਹੋ ਰਹੀ ਹੈ ਸਪੈਸ਼ਲੀ ਟੂ ਕੈਨੇਡਾ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਕਿੰਨਾ ਕਰੇਜ਼ ਹੈ ਕੈਨੇਡਾ ਦਾ। ਤਾਂ ਇਹ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਇਹ ਤੇ ਕੰਸਰਨ ਜਤਾਉਂਦਿਆਂ ਹੋਇਆ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਇੱਕ ਸਪੈਸ਼ਲ ਸੈਸ਼ਨ ਕੰਡਕਟ ਕਰਨਾ ਚਾਹੀਦਾ ਹੈ ਲੈਜਿਸਲੇਚਰ ਦਾ, ਸਟੇਟ ਲੈਜਿਸਲੇਚਰ ਦਾ, ਜਿਹਤੇ ਇਸ ਇਸ਼ੂ ਤੇ ਡਿਸਕਸ਼ਨ ਹੋ ਸਕੇ। ਰਾਈਟ। ਹੁਣ ਆਪਾਂ ਸਾਰਾ ਮਾਈਗ੍ਰੇਸ਼ਨ ਦਾ ਇਸ਼ੂ ਆਪਾਂ ਡਿਸਕਸ ਕਰ ਲੈਂਦੇ ਹਾਂ, ਉਹ ਸਾਡੇ ਲਈ ਇੰਪੋਰਟੈਂਟ ਹੈ। ਉਸ ਤੇ ਕੁਐਸਚਨ ਤੇ ਇੰਟਰਵਿਊ ਵਿੱਚ ਸਵਾਲ ਆ ਸਕਦਾ ਹੈ। ਮੇਰੇ ਤੋਂ ਵੀ ਉਹਨਾਂ ਨੇ ਇਹੀ ਪੁੱਛਿਆ ਸੀ ਕਿ ਕਾਰਨ ਕਿਆ ਹੈ ਕਿ ਪੰਜਾਬ 'ਚੋਂ ਇੰਨੇ ਲੋਕ NRIs ਜਿਹੜੇ ਆ ਕੈਨੇਡਾ ਜਾ ਰਹੇ ਨੇ ਐਂਡ ਸਪੈਸ਼ਲੀ ਵਿਮਨ ਕਿਸ ਰੀਜ਼ਨਸ ਕਰਕੇ ਜਾ ਰਹੀਆਂ ਨੇ। ਇਹ ਕੁਐਸਚਨ ਮੇਰੇ ਤੋਂ ਪੁੱਛਿਆ ਗਿਆ ਸੀ। ठीक है। आप शुरू तो शुरू करते हैं। माइग्रेशन क्या है? बेसिकली पीपल आर मूविंग आउट ऑफ देयर कंट्री ऑफ ओरिजिन एंड ठीक है। हुण अगर तुसी पंजाब दी गल करो, डिफरेंट काइंड ऑफ माइग्रेशन हो रही है। स्किल्ड लेबर वाले लोग भी जा रहे हैं, मतलब पढ़े लिखे बच्चे भी जा रहे हैं, यूथ भी जा रहे हैं, अनस्किल्ड लोग भी जा रहे हैं, कॉन्ट्रैक्चुअल बेस ते लेबर टाइप्स लोग भी जा रहे हैं। ठीक है। पंजाब चो सिर्फ कैनेडा नहीं जाते, आपां नूं कैनेडा का ज़्यादा पता है, बट बहुत सारे लोग जोड़े है ये मिडल ईस्टर्न कंट्रीज़ च ऑयल फील्ड्स वगैरह च लेबर दी काम करन लई भी जा रहे हैं। ठीक है। अगर तुसी डाटा देखो, डाटा कह रहा है कि अगर टोटल इंडियंस जोड़े है बाहर 20 मिलियन के अराउंड रह रहे हैं, इस चो 10 तो 15% तो पंजाब दे ही लोग ने जेडे बाहर रह रहे हैं। ठीक है। तुसी समझो कि इन्ना आउट माइग्रेशन पंजाब चो ही हो रहा है। 10 तो 15% पंजाब दे लोग ही ने जेडे बाहर जा रहे हैं। ठीक है। हुण ये रीजनस क्या है? ठीक है। इन्नी माइग्रेशन हो तो रही है बट ये कारण क्या है? देखो दो टाइप के कारण होंगे है, पुल फैक्टर्स, पुश फैक्टर्स। पुल फैक्टर मतलब यह जे कारण जिहड़े इन्हां लोकां नूं बाहरली कंट्रियां वल खिच रहे हैं, बाहरली कंट्री विच यह जी कुछ अट्रैक्शन है जिहदे करके ये जा रहे हैं। ठीक है। पुश फैक्टर मतलब डोमैसटिक कंडीशनस जिहड़ियां खराब होण करके ये लोग जिहड़े इत्थों भज रहे हैं, बाहर वल नूं भज रहे हैं। ठीक है। इधर है अट्रैक्शन, खिंचाव, इत्थों है तुसी कह रहे हो रिपेलिंग। ठीक है। तो पहला देख लेंगे हैं कि पुल फैक्टर्स क्या है, बाहरले देशों च यह क्या है जो साडे यूथ नूं उन्हां वल खिच रहा है। तो सब तो पहला देखो कि अपना क्रेज़ ही बहुत है फॉरन बारे। पंजाबियां नूं स्पैशली सोशल मीडिया ते आपां देखते रहने हैं, साडे
ਕਜ਼ਨਸ, ਦੋਸਤ, ਫੈਮਲੀਜ਼ ਵਾਲੇ ਲੋਕ ਜਿਹੜੇ ਹੈ ਫੈਂਸੀ ਕੱਪੜੇ ਪਾ ਕੇ ਸੋਹਣੀਆਂ ਜਗ੍ਹਾਵਾਂ 'ਤੇ ਘੁੰਮਦੇ ਰਹਿੰਦੇ ਨੇ। ਸਾਨੂੰ ਵੀ ਇਹੀ ਲੱਗਦਾ ਹੈ ਕਿ ਸਾਨੂੰ ਵੀ ਜਾਣਾ ਚਾਹੀਦਾ ਹੈ, ਇਹੋ ਜਿਹੀ ਲਾਈਫ ਜੀਣੀ ਚਾਹੀਦੀ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਆਪਣੀ ਪਰਸੈਪਸ਼ਨ ਇਹ ਹੈ ਕਿ ਉੱਥੇ ਲਾਈਫ ਜਿਹੜੀ ਹੈ ਕਾਫੀ ਕਹਿ ਸਕਦੇ ਹੋ ਕਿ ਇੰਟਰਸਟਿੰਗ ਹੈ, ਰਾਈਟ। ਇਸੇ ਲਈ ਲੋਕ ਜਾਣਾ ਚਾਹੁੰਦੇ ਹੈ। ਕਈ ਵਾਰ ਤਾਂ ਇਹਨੂੰ ਸਟੇਟਸ ਸਿੰਬਲ ਵੀ ਮੰਨਿਆ ਜਾਂਦਾ ਹੈ ਜੀ, ਸਾਡਾ ਬੇਟਾ ਬੇਟੀ ਬਾਹਰ ਪੜ੍ਹ ਰਹੇ ਨੇ, ਹੈ ਨਾ ਜੀ। ਤਾਂ ਇਸੇ ਕਰਕੇ ਜ਼ਿਆਦਾ ਤੋਂ ਜ਼ਿਆਦਾ ਮੂਵਮੈਂਟ ਹੋ ਰਹੀ ਨਹੀਂ ਹੈ। ਦੂਸਰਾ ਦੇਖੋ, ਪੰਜਾਬ ਵਿੱਚ ਕਾਫੀ ਫੈਮਿਲੀ ਕਿਨਸ਼ਿਪ ਨੈਟਵਰਕਸ ਹੈ। ਕਹਿਣ ਦਾ ਮਤਲਬ ਹੈ ਪੰਜਾਬ 'ਚੋਂ ਬਹੁਤ ਸਾਰੇ ਲੋਕ ਆਲਰੇਡੀ ਕੈਨੇਡਾ ਵਿੱਚ ਸੈਟਲਡ ਨੇ। ਤਾਂ ਇਹ ਈਜ਼ੀ ਹੋ ਜਾਂਦਾ ਹੈ ਕਿ ਤੁਹਾਨੂੰ ਅਗਰ ਉੱਥੇ ਜਾਣਾ ਹੈ ਤਾਂ ਤੁਹਾਨੂੰ ਹੈਲਪ ਮਿਲ ਜਾਂਦੀ ਹੈ ਕਿਉਂਕਿ ਕੋਈ ਨਾ ਕੋਈ ਤਾਂ ਤੁਸੀਂ ਰਿਸ਼ਤੇਦਾਰੀ ਜਾਂ ਜਾਣ ਪਛਾਣ ਕੱਢ ਹੀ ਸਕਦੇ ਹੋ। ਤਾਂ ਤੁਹਾਨੂੰ ਮਹੀਨਾ 2 ਮਹੀਨਾ ਉਹ ਬੰਦਾ ਜਿਹੜਾ ਹੈ ਜਾਂ 6 ਮਹੀਨੇ ਵੀ ਉਹ ਤੁਹਾਡਾ ਨੌਨ ਬੰਦਾ ਜਿਹੜਾ ਹੈ ਹੈਲਪ ਕਰੂਗਾ ਅਤੇ ਉੱਥੇ ਸੈਟਲ ਹੋਣ 'ਚ ਮਦਦ ਕਰ ਦੂਗਾ। ਅਗਰ ਕੋਈ ਜਾਣ ਪਛਾਣ ਨਾ ਹੋਵੇ ਤਾਂ ਤੁਸੀਂ ਕਿਵੇਂ ਐਸੀ ਅਣਜਾਣ ਜਗ੍ਹਾ 'ਤੇ ਜਾਓਗੇ, ਹੈ ਨਾ। ਇਸੇ ਲਈ ਪੰਜਾਬ ਵਿੱਚ ਇਹੋ ਜਿਹੇ ਲੋਕ ਆਲਰੇਡੀ ਬਹੁਤ NRIs ਰਹਿ ਰਹੇ ਨੇ, ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਬਹੁਤ ਰਹਿ ਰਹੇ ਆ। ਤੁਸੀਂ ਖੁਦ ਸੋਚ ਕੇ ਦੇਖੋ, ਤੁਹਾਨੂੰ ਆਪਦੇ ਪਹਿਲੀ ਗੱਲ ਤਾਂ ਤੁਹਾਡਾ ਕੋਈ ਨਾ ਕੋਈ ਦੋਸਤ ਹੀ ਹੋਣਾ ਕੈਨੇਡਾ 'ਚ ਫॉर ਐਨੀ ਰੀਜ਼ਨ। ਨਹੀਂ ਤਾਂ ਤੁਹਾਡੇ ਦੋਸਤ ਦਾ ਦੋਸਤ, ਤੁਹਾਡੇ ਭਾਈ ਦਾ ਦੋਸਤ, ਤੁਹਾਡੇ ਪਾਪਾ ਦਾ ਦੋਸਤ, ਕੋਈ ਨਾ ਕੋਈ ਤੁਹਾਨੂੰ ਪੱਕਾ ਮਿਲ ਜਾਏਗਾ ਜਿਹੜਾ ਕਿ ਕੈਨੇਡਾ ਜਾਂ ਬਾਹਰਲੀ ਕੰਟਰੀ ਵਿੱਚ ਰਹਿ ਰਿਹਾ ਹੋਣਾ। ਤਾਂ ਇਸੇ ਕਰਕੇ ਵੀ ਆਊਟ ਮਾਈਗ੍ਰੇਸ਼ਨ ਕਾਫੀ ਜ਼ਿਆਦਾ ਹੈ। ਉਸ ਤੋਂ ਬਾਅਦ ਬਾਹਰਲੇ ਸ਼ਹਿਰਾਂ 'ਚ ਦੇਖੋ ਐਜੂਕੇਸ਼ਨ ਦੀ ਕੁਆਲਿਟੀ ਨੂੰ ਵੀ ਅੱਛਾ ਮੰਨਿਆ ਜਾਂਦਾ ਹੈ ਕੰਪੇਅਰ ਟੂ ਪੰਜਾਬ। ਪੰਜਾਬ 'ਚ ਤਾਂ ਦੇਖੋ ਨਾ ਤਾਂ ਕੋਈ IIT ਹੈ, ਨਾ ਕੋਈ IIM ਹੈ। ਕੁਆਲਿਟੀ ਇੰਸਟੀਟਿਊਟਸ ਜਿਹੜੇ ਹੈ ਕਾਫੀ ਨਹੀਂ ਹੈ, ਕੁਆਲਿਟੀ ਕੰਸਰਨਸ ਵਾਲੇ ਇੰਸਟੀਟਿਊਟਸ ਜ਼ਿਆਦਾ ਨੇ, ਠੀਕ ਹੈ। ਜੋਬ ਓਪਰਚੁਨਿਟੀਜ਼ ਉੱਥੇ ਜ਼ਿਆਦਾ ਪੇ ਮਿਲਦੀ ਹੈ, ਠੀਕ ਹੈ। ਪੰਜਾਬ ਵਿੱਚ ਤੁਸੀਂ ਕੰਮ ਕਰੋਗੇ 20-30 ਹਜ਼ਾਰ ਐਟ ਮੈਕਸ, ਇੰਨਾ ਵੀ ਮੁਸ਼ਕਿਲ ਨਾਲ ਮਿਲਦਾ ਹੈ। ਤਾਂ ਇਸੇ ਲਈ ਤਾਂ ਇਸ਼ੂ ਹੋ ਜਾਂਦਾ ਹੈ। ਸਟੈਂਡਰਡਸ ਆਫ ਲਿਵਿੰਗ ਹਾਈ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ, ਅੱਛੇ ਕੱਪੜੇ ਪਾਉਣਾ, ਕਾਰਾਂ, ਅੱਛੇ ਘਰਾਂ ਵਿੱਚ ਰਹਿਣਾ, ਸਾਫ ਸੁਥਰੀ ਜਗ੍ਹਾ 'ਤੇ ਰਹਿਣਾ, ਇਹ ਸਭ ਵੀ ਆਪਾਂ ਨੂੰ ਅਟਰੈਕਟ ਕਰਦਾ ਹੈ ਬਾਹਰਲੇ ਦੇਸ਼ਾਂ ਵੱਲ। ਸਪੈਸ਼ਲੀ ਕੈਨੇਡਾ ਦੀ ਗੱਲ ਕਰੋ ਤਾਂ ਇਹਨਾਂ ਦੀ PR ਪੋਲਿਸੀ ਕਾਫੀ ਲਿਬਰਲ ਹੈ ਐਜ਼ ਕੰਪੇਅਰ ਟੂ US, ਆਸਟ੍ਰੇਲੀਆ ਵਗੈਰਾ। PR ਜਿਹੜੀ ਹੈ ਈਜ਼ੀਲੀ ਮਿਲ ਜਾਂਦੀ ਹੈ ਅਤੇ ਪੰਜਾਬੀਜ਼ ਜਿਹੜੇ ਹੈ ਉਹਨੂੰ ਹੀ ਕੋਵਟ ਕਰਦੇ ਨੇ ਕਿ ਜਲਦੀ ਤੋਂ ਜਲਦੀ PR ਮਿਲੇ, ਹੈ ਨਾ। ਫਲੈਕਸੀਬਲ ਉਹਨਾਂ ਦੇ ਵਰਕਿੰਗ ਆਵਰ ਹੁੰਦੇ ਨੇ। ਲਾਰਜ ਪੰਜਾਬੀ ਡਾਇਸਪੋਰਾ ਤੁਹਾਨੂੰ ਕੈਨੇਡਾ 'ਚ ਮਿਲ ਜਾਂਦਾ ਹੈ। ਕੈਨੇਡਾ ਹੀ ਹੈ ਆਪਣਾ ਲਈ ਤਾਂ ਕੈਨੇਡਾ, ਹੈ ਨਾ। ਕੈਨੇਡਾ ਤਾਂ ਆਪਾਂ ਘੱਟ ਹੀ ਕਹਿੰਦੇ ਹਾਂ, ਰਾਈਟ। ਤਾਂ ਇਸੇ ਲਈ ਵੀ ਕੈਨੇਡਾ ਦੇ ਵੱਲ ਲੋਕ ਜਿਹੜੇ ਆ ਜ਼ਿਆਦਾ ਮੂਵ ਕਰ ਰਹੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਇਹੀ ਪਬਲਿਕ ਸਰਵਿਸਿਜ਼ ਵਗੈਰਾ ਕਾਫੀ ਅੱਛੀਆਂ ਨੇ ਆਪਣੇ ਇੱਥੇ। ਤਾਂ ਤੁਸੀਂ ਇਲੈਕਟ੍ਰੀਸਿਟੀ ਕਿਸੇ ਵੀ ਗਵਰਨਮੈਂਟ ਕੰਮ ਲਈ ਗਵਰਨਮੈਂਟ 'ਤੇ ਡਿਪੈਂਡ ਨਹੀਂ ਹੋ ਸਕਦੇ। ਸੀਵੇਜ ਦਾ ਪਾਣੀ ਆਪਣੇ ਡਰਿੰਕਿੰਗ ਵਾਟਰ ਨਾਲ ਮਿਕਸ ਹੁੰਦਾ ਰਹਿੰਦਾ ਹੈ। ਗੰਦ ਜਿਹੜਾ ਹੈ ਆਪਣਾ ਸਾਰਾ ਸੜਕਾਂ 'ਤੇ ਆਈ ਫੈਲਦਾ ਰਹਿੰਦਾ ਹੈ। ਡੌਗ ਬਾਈਟਿੰਗ ਦੀ ਪ੍ਰੋਬਲਮ ਗਰੁੱਪਸ 'ਚ ਬੱਚੇ ਡਿਸਕਸ ਕਰ ਰਹੇ ਨੇ, ਇੰਨੀ ਚੱਲ ਰਹੀ ਹੈ ਨਾ। ਤਾਂ ਇਹ ਸਭ ਇਸ਼ੂਜ਼ ਜਿਹੜੇ ਹੈ ਉੱਥੇ ਨਹੀਂ ਪਾਏ ਜਾਂਦੇ। ਉੱਥੇ ਸਿਵਿਕ ਸਰਵਿਸਿਜ਼ ਇਹਨਾਂ ਨੂੰ ਕਹਿੰਦੇ ਆ, ਸਿਵਿਕ ਸਰਵਿਸਿਜ਼ ਕਾਫੀ ਅੱਛੀਆਂ ਨੇ। ਤਾਂ ਇਸੇ ਲਈ ਲਿਵਿੰਗ ਸਟੈਂਡਰਡਸ ਹਾਈ ਨੇ। ਅਤੇ ਇਹ ਸਭ ਗੱਲਾਂ ਹੀ ਸਾਨੂੰ ਬਾਹਰ ਕੈਨੇਡਾ ਅਤੇ ਹੋਰ ਕੰਟਰੀਜ਼ ਵੱਲ ਖਿੱਚ ਰਹੀਆਂ ਨੇ, ਠੀਕ ਹੈ ਜੀ। ਇਹ ਤਾਂ ਹੋ ਗਏ ਪੁੱਲ ਫੈਕਟਰਸ। ਹੁਣ ਆਪਾਂ ਦੇਖਦੇ ਹਾਂ ਕਿ ਪੁਸ਼ ਫੈਕਟਰਸ ਕਿਆ ਹੈ, ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਇੱਥੋਂ ਨਿਕਲਣਾ ਚਾਹੁੰਦੇ ਹੈ, ਰਾਈਟ। ਲੋਕ ਜਿਹੜੇ ਆ ਪੰਜਾਬ 'ਚੋਂ ਨਿਕਲਣਾ ਚਾਹੁੰਦੇ ਆ। ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਾਂ, ਪੰਜਾਬ ਦੀ ਇਕੋਨਮੀ ਐਗਰੀਕਲਚਰ 'ਤੇ ਕਾਫੀ ਡਿਪੈਂਡੈਂਟ ਹੈ ਅਤੇ ਐਗਰੀਕਲਚਰ ਅੱਜ ਕੱਲ੍ਹ ਡਿਸਟਰੈਸ ਵਿੱਚ ਹੈ। ਐਗਰੀਕਲਚਰ ਦੀ ਪ੍ਰੋਡਕਟੀਵਿਟੀ ਘੱਟ ਹੈ, ਉੱਥੋਂ ਇਨਕਮ ਜਿਹੜੀ ਹੈ ਕਿਸਾਨ ਨੂੰ ਜ਼ਿਆਦਾ ਨਹੀਂ ਹੋ ਪਾ ਰਹੀ। ਤਾਂ ਇਸੇ ਕਰਕੇ ਇਕਨੋਮਿਕ ਡਿਸਟਰੈਸ ਕਰਕੇ ਵੀ ਬੱਚੇ ਜਿਹੜੇ ਹੈ ਉਹ ਬਾਹਰ ਜਾਣਾ ਚਾਹ ਰਹੇ ਨੇ। ਦੂਸਰਾ, ਅੱਜ ਕੱਲ੍ਹ ਐਗਰੀਕਲਚਰ 'ਚ ਕਰਨਾ ਹੀ ਕੌਣ ਚਾਹੁੰਦਾ ਹੈ। ਅੱਜ ਕੱਲ੍ਹ ਦਾ ਯੂਥ ਜਿਹੜਾ ਹੈ ਫੈਂਸੀ ਲਾਈਫ ਜੀਣਾ ਚਾਹ ਰਿਹਾ ਹੈ। ਖੇਤਾਂ ਵਿੱਚ ਖੁਦ ਮਜ਼ਦੂਰੀ ਕਰਨਾ ਇਹ ਅੱਜ ਦੀ ਯੰਗਰ ਜਨਰੇਸ਼ਨ ਲਈ ਰਿਹਾ ਹੀ ਨਹੀਂ ਹੈ, ਸਪਨਾ ਹੀ ਨਹੀਂ ਰਿਹਾ ਹੈ। ਉਹ ਆਪਦੇ ਆਪ ਨੂੰ ਫੀਲਡਸ 'ਚ ਕੰਮ ਕਰਦੇ ਹੋਏ ਦੇਖ ਹੀ ਨਹੀਂ ਸਕਦੇ ਹੈ। ਤਾਂ ਇਸੇ ਲਈ ਵੀ ਇਨਕਰੀਜ਼ਿੰਗਲੀ ਮਾਈਗ੍ਰੇਸ਼ਨ ਹੋ ਰਹੀ ਹੈ। ਬਿਜ਼ਨਸਿਸ ਜਿਹੜੇ ਆ ਪੰਜਾਬ 'ਚ ਜ਼ਿਆਦਾ ਹੈ ਹੀ ਨਹੀਂ ਕਿ ਤੁਸੀਂ ਜੌਬਸ ਲੈ ਸਕੋ। ਅਗੇਨ ਇਸ ਲਈ ਲੋਕ ਬਾਹਰ ਜਾ ਰਹੇ ਨੇ। ਇੰਡਸਟਰੀਅਲ ਡਿਵਲਪਮੈਂਟ ਜਿਹੜੀ ਹੈ ਘੱਟ ਹੀ ਹੈ। ਜਿੰਨੀ ਵੀ ਇੰਡਸਟਰੀਅਲ ਡਿਵਲਪਮੈਂਟ ਥੀ ਮਿਲੀਟੈਂਸੀ ਦੇ ਈਅਰਸ ਵਿੱਚ ਉਹ ਕਾਫੀ ਲੋਸਟ ਹੋ ਗਈ ਸੀ, ਠੀਕ ਹੈ। ਇਹ ਮੈਂ ਸਾਰੀ ਤੁਹਾਨੂੰ ਕੰਸੈਪਟ ਉੱਤੇ ਵੀ ਸਮਝਾ ਚੁੱਕੀ ਫਸਟ ਟੌਪਿਕ ਵਿੱਚ, ਰਾਈਟ। MNCs ਵਗੈਰਾ ਇੰਨੀਆਂ ਨਹੀਂ ਹੈ ਆਪਣੇ ਇੱਥੇ। ਸਰਵਿਸ ਕੰਪਨੀਜ਼ ਹੋਣ, ਮਲਟੀਨੈਸ਼ਨਲ ਕੰਪਨੀਜ਼ ਹੋਣ ਜਿੱਥੇ ਯੂਥ ਜਿਹੜੇ ਇੰਪਲਾਏ ਹੋ ਸਕਣ, ਇਹ ਵੀ ਨਹੀਂ ਹੈ, ਰਾਈਟ। ਪੋਪੂਲੇਸ਼ਨ ਹਰ ਦਿਨ ਵੱਧ ਰਹੀ ਹੈ, ਠੀਕ ਹੈ। 2011 ਦੇ ਸੈਂਸਸ ਦੇ ਅਕੋਰਡਿੰਗ ਆਲਰੇਡੀ 2 ਕਰੋੜ ਦੇ ਅਰਾਊਂਡ ਪੰਜਾਬ ਦੀ ਪੋਪੂਲੇਸ਼ਨ ਹੈ, ਬਟ ਓਪਰਚੁਨਿਟੀਜ਼ ਮੈਚਿੰਗ ਨਹੀਂ ਹੈ। ਤਾਂ ਓਬਵੀਅਸਲੀ ਲੋਕ ਓਪਰਚੁਨਿਟੀਜ਼ ਲਈ ਬਾਹਰ ਜਾਣਗੇ, ਰਾਈਟ।
ਠੀਕ ਹੈ ਜੀ। ਉਸ ਤੋਂ ਬਾਅਦ ਫੈਸਿਲਿਟੇਟਿੰਗ ਫੈਕਟਰਸ ਹੀ ਇੰਨੇ ਹੈ, ਤੁਸੀਂ ਦੇਖੋ ਆਈਲੈਟਸ ਦੇ ਇੰਨੇ ਇੰਸਟੀਟਿਊਟ ਖੁੱਲ੍ਹ ਗਏ, ਵੀਜ਼ਾ ਕੰਸਲਟੈਂਸੀ ਦੇ ਇੰਨੇ ਖੁੱਲ੍ਹ ਗਏ, ਤੁਹਾਡੇ ਲਈ ਈਜ਼ ਆਫ ਗੋਇੰਗ ਆਊਟ ਵੀ ਵੱਧ ਰਹੀ ਹੈ। ਠੀਕ ਹੈ, ਤਾਂ ਇੰਸਟੈਡ ਆਫ ਤੁਸੀਂ ਸੋਚਦੇ ਹੋ ਕਿ ਇੰਸਟੈਡ ਆਫ ਪੁਟਿੰਗ ਸੋ ਮਚ ਮਨੀ ਇਨ ਐਜੂਕੇਸ਼ਨ ਇਨ ਪੰਜਾਬ, ਜਿੱਥੇ ਤੁਹਾਨੂੰ ਕੋਈ ਕੁਆਲਿਟੀ ਜੌਬ ਵੀ ਨਹੀਂ ਮਿਲੇਗੀ, ਲੋ ਪੇਇੰਗ ਜੌਬ ਮਿਲੇਗੀ, ਇਸ ਤੋਂ ਚੰਗਾ ਹੈ 1 ਕਿੱਲਾ ਵੇਚੀਏ, 2 ਕਿੱਲੇ ਵੇਚੀਏ, 10 ਕਿੱਲੇ ਵੇਚੀਏ, ਡਿਪੈਂਡਿੰਗ ਔਨ ਦੀ ਪ੍ਰਾਈਸ ਆਫ ਯੋਰ ਕਿੱਲਾ, ਤੇ ਅਸੀਂ ਬਾਹਰ ਜਾਣ ਦੀ ਤਿਆਰੀ ਕਰੀਏ, ਹੈ ਨਾ, ਬਾਹਰ ਵਧੀਆ ਲਾਈਫ ਜੀਵਾਂਗੇ, ਰਾਈਟ। ਕਿਉਂਕਿ ਰਿਐਲਿਟੀਜ਼ ਦੀ ਵੀ ਘੱਟ ਰੀਅਲਾਈਜੇਸ਼ਨ ਹੁੰਦੀ ਹੈ, ਉੱਥੇ ਜਾ ਕੇ ਵੀ ਕਾਫੀ ਡਿਫਿਕਲਟੀਜ਼ ਫੇਸ ਕਰਨੀਆਂ ਪੈਂਦੀਆਂ ਹੈ ਬਿਫੋਰ ਯੂ ਕੈਨ ਕਨਵਰਟ ਯੋਰ ਲਾਈਫ ਇਨਟੂ ਸਮ ਈਜ਼ੀ ਲਾਈਫ। ਠੀਕ ਹੈ, ਤਾਂ ਰਿਐਲਿਟੀ ਦੀ ਨੌਲੇਜ ਘੱਟ ਹੈ, ਅਟਰੈਕਸ਼ਨ ਜ਼ਿਆਦਾ ਹੈ, ਤੇ ਇੱਥੇ ਨਾਰਾਜ਼ਗੀ ਜਾਂ ਤੁਸੀਂ ਕਹਿ ਸਕਦੇ ਹੋ ਐਕਸਪੈਕਟੇਸ਼ਨ ਫਰੋਮ ਪੰਜਾਬ ਘੱਟ ਨੇ, ਤਾਂ ਇਸੇ ਲਈ ਮਾਈਗ੍ਰੇਸ਼ਨ ਜਿਹੜੀ ਹੈ ਇੰਨੀ ਜ਼ਿਆਦਾ ਪੰਜਾਬ ਵਿੱਚੋਂ ਹੋ ਰਹੀ ਹੈ। ਠੀਕ ਹੈ ਜੀ। ਮੈਰਿਜ ਵੀ ਰੀਜ਼ਨ ਹੋ ਸਕਦਾ ਹੈ, ਸਪੈਸ਼ਲੀ ਵਿਮਨ ਲਈ ਮੈਰਿਜ ਇੱਕ ਵੱਡਾ ਰੀਜ਼ਨ ਹੁੰਦਾ ਹੈ। ਠੀਕ ਹੈ, ਤਾਂ ਮੈਰਿਜ ਵੀ ਤੁਸੀਂ ਲਿਖ ਕੇ ਰੱਖੋ ਇੱਕ ਰੀਜ਼ਨ। ਇਹ ਸਾਰੇ ਰੀਜ਼ਨਸ ਯਾਦ ਕਰਨੇ ਹੈ, ਆਨਸਰਸ ਇੰਟਰਵਿਊਜ਼ ਸਾਰੇ ਕਿਤੇ ਕੰਮ ਆਉਣਗੇ ਤੁਹਾਨੂੰ। ਠੀਕ ਹੈ ਜੀ। ਹੁਣ ਇਹਦੇ ਕਰਕੇ ਇੰਪੈਕਟਸ ਵੀ ਕਾਫੀ ਹੋ ਰਹੇ ਨੇ, ਹਰ ਟਾਈਪ ਦਾ ਇੰਪੈਕਟ ਹੈ, ਪੋਜ਼ਿਟਿਵ ਵੀ ਹੈ, ਨੈਗੇਟਿਵ ਵੀ ਹੈ। ਦੇਖੋ ਪੋਜ਼ਿਟਿਵ ਇੰਪੈਕਟਸ ਇਹੀ ਹੈ ਕਿ ਬੱਚੇ ਜਾ ਕੇ ਕੁਆਲਿਟੀ ਐਜੂਕੇਸ਼ਨ ਪ੍ਰਾਪਤ ਕਰਨਗੇ, ਨੌਲੇਜ ਗੇਨ ਕਰਨਗੇ, ਤਾਂ ਹੋ ਸਕਦਾ ਹੈ ਕਿ ਇੰਡੀਆ ਨੂੰ ਵੀ ਕੰਟਰੀਬਿਊਟ ਕਰ ਸਕਣ, ਇੰਡੀਆ ਨੂੰ ਨੌਲੇਜ ਵਾਪਸ ਕੰਟਰੀਬਿਊਟ ਆ ਕੇ ਕਰ ਸਕਦੇ ਨੇ, ਟੈਕਨੋਲੋਜੀ ਇੰਡੀਆ 'ਚ ਅਪਗ੍ਰੇਡੇਸ਼ਨ 'ਚ ਹੈਲਪ ਕਰ ਸਕਦੇ ਨੇ, ਬਹੁਤ ਸਾਰਾ ਪੈਸਾ ਵਾਪਸ ਆਪਦੇ ਘਰਦਿਆਂ ਨੂੰ ਤਾਂ ਭੇਜਦੇ ਹੀ ਨੇ। ਜਿਵੇਂ ਕਿ ਐਸਟੀਮੇਟ ਕੀਤਾ ਜਾ ਰਿਹਾ ਹੈ ਕਿ ਹਰ ਸਾਲ ਪੰਜਾਬ ਵਿੱਚ 2 ਤੋਂ 3 ਮਿਲੀਅਨ ਡਾਲਰ ਵਰਥ ਰੈਮਿਟੈਂਸਿਸ ਜਾਂ ਪੈਸਾ ਵਾਪਸ ਆਉਂਦਾ ਹੈ। ਠੀਕ ਹੈ, ਇੰਨਾ ਹੀ NRIs ਦੀ ਵਜ੍ਹਾ ਤੋਂ ਇਨਵੈਸਟਮੈਂਟਸ ਪੰਜਾਬ 'ਚ ਕਾਫੀ ਵੱਧ ਗਈਆਂ ਨੇ। ਠੀਕ ਹੈ, ਪੰਜਾਬ 'ਚ ਇੰਨੀ ਡਿਵੈਲਪਮੈਂਟ ਇੰਨਾ NRIs ਦੀ ਕੰਟਰੀਬਿਊਸ਼ਨ ਤੋਂ ਹੀ ਹੋਈਆਂ ਨੇ। ਇਨਫਰਾਸਟਰਕਚਰ ਪੰਜਾਬ ਦਾ ਜਿਹੜਾ ਇੰਨਾ ਮੋਡਰਨਾਈਜ਼ ਹੋਇਆ ਹੈ, ਇਸ 'ਚ ਵੀ NRIs ਇਨਵੈਸਟਮੈਂਟਸ ਦੀ ਕਾਫੀ ਕੰਟਰੀਬਿਊਸ਼ਨ ਹੈ, ਰਾਈਟ। ਹੁਣ ਨੈਗੇਟਿਵ ਇਸ਼ੂਜ਼ ਵੀ ਕਾਫੀ ਨੇ, ਓਬਵੀਅਸਲੀ ਬ੍ਰੇਨ ਡਰੇਨ ਹੋ ਰਿਹਾ ਹੈ। ਜਿਹੜਾ ਤੁਸੀਂ ਡੈਮੋਗ੍ਰਾਫਿਕ ਡਿਵੀਡੈਂਡ ਦੀ ਗੱਲ ਕਰਦੇ ਹੋ, ਤੁਹਾਡੇ ਯੰਗ ਲੋਕ ਜਿਹੜੇ ਨੇ ਉਹ ਇੱਥੋਂ ਪੜ੍ਹ ਕੇ ਕੈਨੇਡਾ ਵਿੱਚ ਜਾ ਰਹੇ ਨੇ। ਠੀਕ ਹੈ, ਤਾਂ ਇਸ ਲਈ ਮੀਮ ਵੀ ਸੋਸ਼ਲ ਮੀਡੀਆ 'ਚ ਬਣਿਆ ਹੋਇਆ ਹੈ, ਪੜ੍ਹੇਗਾ ਇੰਡੀਆ ਤਬੇ ਤੋਂ बढ़ेगा ਕੈਨੇਡਾ, ਹੈ ਨਾ ਜੀ। ਇੰਡੀਆ ਦਾ ਰਿਚ ਯੂਥ ਇੱਥੇ ਬੇਸਿਕ ਪੜ੍ਹਾਈ ਕਰਕੇ ਕੈਨੇਡਾ ਦੀ ਇਕੋਨਮੀ ਵਿੱਚ ਕੰਟਰੀਬਿਊਟ ਕਰਦੇ ਆ, ਉੱਥੇ ਹਾਇਰ ਐਜੂਕੇਸ਼ਨ ਪ੍ਰਾਪਤ ਕਰਕੇ ਉੱਥੇ ਆਪਾਂ ਇੰਪਲੋਏ ਹੋ ਰਹੇ ਹਾਂ, ਉਹਨਾਂ ਦੀ ਗਵਰਨਮੈਂਟ ਨੂੰ ਵੱਡੇ ਵੱਡੇ ਟੈਕਸਿਸ ਦੇ ਰਹੇ ਹੈ, ਹੈ ਨਾ, ਕਦੀ ਕਦੀ ਤਾਂ ਛੋਟੀ ਛੋਟੀ ਜੌਬਸ ਵੀ ਕਰ ਰਹੇ ਹੈ, ਰਾਈਟ। ਤਾਂ ਇਸ ਬ੍ਰੇਨ ਡਰੇਨ ਨਾਲ ਇੰਡੀਆ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ, ਰਾਈਟ। ਉਸ ਤੋਂ ਬਾਅਦ ਵੈਸਟਰਨਾਈਜੇਸ਼ਨ ਇੰਨੀ ਹੋ ਰਹੀ ਹੈ, ਉੱਥੇ ਜੋ ਵੀ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਸਿੱਖ ਰਹੇ ਨੇ ਤੇ ਸਾਨੂੰ ਸੋਸ਼ਲ ਮੀਡੀਆ ਦੇ ਥਰੂ ਦਿਖਾ ਰਹੇ ਨੇ, ਆਪਾਂ ਵੀ ਉਹ ਸਭ ਅਪਣਾ ਰਹੇ ਹਾਂ। ਠੀਕ ਹੈ, ਹੁਣ ਤੁਸੀਂ ਪੰਜਾਬ 'ਚ ਦੇਖੋ ਕਿੰਨੇ ਹੀ ਲੋਕ ਸਲਵਾਰ ਕਮੀਜ਼ ਜਾਂ ਕੁੜਤਾ ਪਜਾਮਾ ਵਗੈਰਾ ਪਾਉਂਦੇ ਨੇ, ਆਪਾਂ ਸਾਰੇ ਵੈਸਟਰਨਾਈਜ਼ ਹੋ ਚੁੱਕੇ ਹੈ। ਪੰਜਾਬੀ ਜਿਹੜੀ ਹੈ ਇੰਗਲਿਸ਼ ਨਾਲ ਮਿਕਸ ਹੋ ਕੇ ਨਿਕਲਦੀ, ਆਪਣੀ ਪੰਜਾਬੀ ਆਪਾਂ ਨੂੰ ਇੰਨੀ ਨਹੀਂ ਆਉਂਦੀ ਜਿੰਨੀ ਆਪਾਂ ਨੂੰ ਅੰਗਰੇਜ਼ੀ ਅੱਜ ਕੱਲ੍ਹ ਆਉਣ ਲੱਗ ਪਈ ਹੈ। ਠੀਕ ਹੈ, ਉਸ ਤੋਂ ਬਾਅਦ ਆਪਣੇ ਕਲੋਥਿੰਗ 'ਚ, ਆਪਣੇ ਫੂਡ ਹੈਬਿਟਸ 'ਚ, ਆਪਣੇ ਲੈਂਗੁਏਜ ਹੈਬਿਟਸ, ਹਰ ਜਗ੍ਹਾ 'ਤੇ ਵੈਸਟਰਨ ਇਨਫਲੂਐਂਸ ਜਿਹੜਾ ਹੈ ਕਾਫੀ ਵੱਧ ਗਿਆ ਹੈ। ਐਪਲ ਦਾ ਤਾਂ ਤੁਹਾਨੂੰ ਪਤਾ ਹੀ ਹੈ, ਐਪਲ ਹੋਣਾ ਬਹੁਤ ਹੀ ਜ਼ਰੂਰੀ ਹੈ ਆਪਣੇ ਲਈ, ਰਾਈਟ। ਤਾਂ ਮਤਲਬ ਕਿਆ ਹੈ, ਦਿਖਾਵਾ, ਵੈਸਟਰਨਾਈਜੇਸ਼ਨ ਇਹ ਕਾਫੀ ਵੱਧ ਗਈ ਹੈ, ਰਾਈਟ। ਦੇਖੋ ਹੋਰ ਨੈਗੇਟਿਵ ਇੰਪੈਕਟ ਕਿਆ ਹੈ, ਬਾਹਰ ਜਾ ਕੇ ਐਕਸਪਲੋਇਟੇਸ਼ਨ ਵੀ ਕਾਫੀ ਹੁੰਦੀ ਹੈ, ਮੀਨੀਅਲ ਜੌਬਸ ਵੀ ਕਰਨੀਆਂ ਪੈਂਦੀਆਂ ਹੈ। ਕਈ ਵਾਰ ਲੋਕ ਪੈਟਰੋਲ ਪੰਪ 'ਤੇ ਗੱਲ ਕਰਦੇ ਹੈ, ਐਜ਼ ਅ ਡਰਾਈਵਰਸ ਕੰਮ ਕਰਦੇ ਨੇ, ਛੋਟੇ ਮੋਟੇ ਵੇਟਰਸ ਦੀ ਤਰ੍ਹਾਂ ਕੰਮ ਕਰਦੇ ਨੇ, ਕਿਉਂਕਿ ਜਾਂਦੇ ਹੀ ਤੁਹਾਨੂੰ ਸਭ ਕੁਝ ਨਹੀਂ ਮਿਲ ਜਾਂਦਾ। ਪਹਿਲਾਂ ਤੁਹਾਨੂੰ ਆਪਦੀ ਸਕਿੱਲਸ ਅਪਗ੍ਰੇਡ ਕਰਨੀਆਂ ਪੈਂਦੀਆਂ ਹੈ, ਉਹਨਾਂ ਦੇ ਲੈਵਲ ਦੀਆਂ, ਉਹਨਾਂ ਦੀ ਕੰਟਰੀ ਦੀ ਡਿਗਰੀਜ਼ ਹਾਸਿਲ ਕਰਨੀਆਂ ਪੈਂਦੀਆਂ ਹੈ, ਤਦ ਤੁਸੀਂ ਜਾ ਕੇ ਕਿਸੇ ਕੁਆਲਿਟੀ ਜੌਬ ਨੂੰ ਉੱਥੇ ਪਾ ਸਕਦੇ ਹੋ। ਠੀਕ ਹੈ, ਉਸ ਤੱਕ ਪਹੁੰਚਣ ਲਈ, ਆਪਦਾ ਖਰਚਾ ਕੱਢਣ ਲਈ ਬਹੁਤ ਸਾਰੇ ਲੋਕ ਮੀਨੀਅਲ ਜੌਬਸ 'ਚ ਇੰਡੀਅਨਸ ਤੁਸੀਂ ਉੱਥੇ ਇਨਵੋਲਵ ਦੇਖਦੇ ਹੋ। ਠੀਕ ਹੈ ਜੀ। ਐਕਸਪਲੋਇਟੇਸ਼ਨ ਵੀ ਕਾਫੀ ਹੋ ਸਕਦੀ ਹੈ, ਜਾਂ ਸਾਰੇ ਵੀਜ਼ਾ ਏਜੰਟਸ ਵਗੈਰਾ। ਠੀਕ ਹੈ, ਕਈ ਵਾਰ ਬਹੁਤ ਸਾਰੇ ਫਰੋਡ ਵੀ ਨਿਕਲਦੇ ਆ। ਅਗਰ ਤੁਸੀਂ ਨਿਊਜ਼ ਫੋਲੋ ਕਰ ਰਹੇ ਹੋ ਤਾਂ ਤੁਸੀਂ ਦੇਖਿਆ ਹੋਣਾ ਕਿ ਪੰਜਾਬ 'ਚੋਂ ਇੱਕ ਵਿਮਨ ਨੂੰ ਓਮਾਨ ਜੌਬ ਲਈ ਲੈ ਕੇ ਗਿਆ ਸੀ ਇੱਕ ਏਜੰਟ, ਬਟ ਉੱਥੇ ਉਹਨਾਂ ਨੂੰ ਐਜ਼ ਅ ਸਰਵੈਂਟ ਉਹਨਾਂ ਨੇ ਵੇਚ ਦਿੱਤਾ ਹੈ। ਇਹ FIR ਪੰਜਾਬ ਪੁਲਿਸ ਕੋਲ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਦਰਜ ਕਰਾਈ ਹੈ ਕਿ ਜੌਬ ਦਿਵਾਉਣ ਦੇ ਧੋਖੇ ਵਿੱਚ ਇਹ ਬੰਦਾ ਉਹਨਾਂ ਦੇ ਪਤਨੀ ਨੂੰ, ਵਾਈਫ ਨੂੰ ਲੈ ਗਿਆ ਹੈ, ਬਟ ਉੱਥੇ ਐਜ਼ ਅ ਸਰਵੈਂਟ ਇਹਨਾਂ ਨੇ ਵੇਚ ਦਿੱਤਾ ਹੈ ਕਿਸੇ ਰੋਇਲ ਫੈਮਿਲੀ ਦੇ ਮੈਂਬਰ ਨੂੰ, ਰਾਈਟ। ਤਾਂ ਇਸ ਤਰੀਕੇ ਦੀ ਐਕਸਪਲੋਇਟੇਸ਼ਨ ਵੀ ਬਹੁਤ ਫੇਸ ਕਰਨੀ ਪੈਂਦੀ ਹੈ। ਰੇਸਿਜ਼ਮ ਵਗੈਰਾ ਤਾਂ ਕਾਫੀ ਜ਼ਿਆਦਾ ਹੈ,
ਉੱਥੇ ਤੁਹਾਨੂੰ ਪਤਾ ਹੀ ਹੈ ਗੋਰੇ ਜਿਹੜੇ ਆ ਆਪਦੇ ਆਪ ਨੂੰ ਜ਼ਿਆਦਾ ਹੀ ਸਮਝਦੇ ਹੁੰਦੇ ਆ ਆਈ ਮੀਨ ਰੇਸਿਜ਼ਮ ਦਾ ਵੀ ਇਸ਼ੂ ਕਾਫੀ ਆ ਰਿਹਾ ਹੈ। ਠੀਕ ਹੈ ਜੀ, ਇਹ ਸਭ ਇਸ਼ੂਜ਼ ਫੇਸ ਕਰਨੇ ਪੈਂਦੇ ਹੈ। ਹੁਣ ਅੱਗੇ ਜਾ ਕੇ ਗਵਰਨਮੈਂਟ ਕਿਆ ਕਰ ਸਕਦੀ ਹੈ, ਸਪੈਸ਼ਲੀ ਪੰਜਾਬ ਗਵਰਨਮੈਂਟ ਜਾਂ ਇੰਡੀਅਨ ਗਵਰਨਮੈਂਟ ਇਹ ਮਾਈਗ੍ਰੇਸ਼ਨ ਨੂੰ ਰੋਕਣ ਲਈ, ਤਾਂ ਐਗਰੀਕਲਚਰ 'ਚ ਪਹਿਲਾਂ ਰਿਫਾਰਮ ਲਿਆਓ। ਇਕੋਨਮੀ ਜਿੰਨੇ ਤੱਕ ਅੱਛੀ ਤਰੀਕੇ ਨਾਲ ਤੁਹਾਡੀ ਵਰਕ ਨਹੀਂ ਕਰੇਗੀ ਉਹਨੇ ਤੱਕ ਓਪਰਚੁਨਿਟੀਜ਼ ਕ੍ਰੀਏਟ ਨਹੀਂ ਹੋਣਗੀਆਂ, ਔਰ ਅਗਰ ਓਪਰਚੁਨਿਟੀਜ਼ ਨਹੀਂ ਹੋਣਗੀ ਤਾਂ ਯੂਥ 'ਚ ਡਿਸਅਪॉइंटमेंट ਹੋਗੀ ਐਂਡ ਦੇ ਵਿਲ ਗੋ ਆਊਟ। ਠੀਕ ਹੈ, ਤਾਂ ਇਸੇ ਲਈ ਆ ਗੋ ਆਊਟ ਨੂੰ ਸਟਾਪ ਕਰਨ ਲਈ ਓਪਰਚੁਨਿਟੀਜ਼ ਕ੍ਰੀਏਟ ਕਰੋ, ਉਹਦੇ ਲਈ ਇਕੋਨਮੀ ਰਿਵਾਈਵ ਕਰੋ। ਇਕੋਨਮੀ ਨੂੰ ਰਿਵਾਈਵ ਕਰਨ ਲਈ ਸਭ ਤੋਂ ਪਹਿਲਾਂ ਐਗਰੀਕਲਚਰ 'ਚ ਰਿਫਾਰਮਸ ਚਾਹੀਦੇ ਹੈ, ਇੰਡਸਟਰੀ ਨੂੰ ਵਧਾਵਾ ਚਾਹੀਦਾ ਹੈ, ਸਰਵਿਸਿਜ਼ ਸੈਕਟਰ ਸਪੈਸ਼ਲੀ ਟੂਰਿਜ਼ਮ ਪੰਜਾਬ 'ਚ ਕਾਫੀ ਪੋਟੈਂਸ਼ੀਅਲ ਹੈ, ਇਹਨੂੰ ਐਕਸਪਲੋਇਟ ਕਰਨ ਦੀ ਜ਼ਰੂਰਤ ਹੈ। ਠੀਕ ਹੈ ਜੀ, ਤਾਂ ਐਗਰੀਕਲਚਰ ਰਿਫਾਰਮਸ, ਇੰਡਸਟਰੀਅਲ ਡਿਵੈਲਪਮੈਂਟ, ਸਰਵਿਸਿਜ਼ ਸੈਕਟਰ ਨੂੰ ਫੈਸਿਲੀਟੇਟ ਕੀਤਾ ਜਾਵੇ, ਟੂਰਿਜ਼ਮ ਸੈਕਟਰ ਨੂੰ ਵਧਾਵਾ ਦਿੱਤਾ ਜਾਵੇ। ਫਿਲਮ ਸਿਟੀ, ਭਗਵੰਤ ਮਾਨ ਜੀ ਨੇ ਇੱਥੇ ਵੀ ਕਿਹਾ ਕਿ ਅਸੀਂ ਪੰਜਾਬ 'ਚ ਵੀ ਫਿਲਮ ਸਿਟੀ ਕ੍ਰੀਏਟ ਕਰਨਾ ਚਾਹੁੰਦੇ ਹਾਂ। ਸਪੈਸ਼ਲੀ ਪੰਜਾਬ 'ਚ ਜਿਹੜੀ ਹੈ ਸਿਨੇਮਾ ਇੰਡਸਟਰੀ ਕਾਫੀ ਬੂਸਟ ਹੋ ਰਹੀ ਹੈ, ਆਪਣੀ ਪਿਕਚਰਾਂ ਕਿੰਨੀਆਂ ਚੱਲਦੀਆਂ ਨੇ, ਗਾਣੇ ਹਿੰਦੀ ਮੂਵੀਜ਼ 'ਚ ਵੀ ਯੂਜ਼ ਹੋ ਰਹੇ ਨੇ। ਹੁਣ ਆਹ ਕਾਲਜ ਵਾਲੀ ਸੀਰੀਜ਼ ਵੀ ਇੱਕ ਬੜੀ ਫੇਮਸ ਹੋਈ ਹੈ ਪੰਜਾਬ ਵਿੱਚ, ਤਾਂ ਮਤਲਬ ਸਕੋਪ ਬਹੁਤ ਹੈ। ਪੰਜਾਬੀ ਫਨ ਐਲੀਮੈਂਟ ਨੂੰ ਸਾਰੇ ਕਿਤੇ ਸਰਾਹਿਆ ਜਾਂਦਾ ਹੈ, ਤਾਂ ਇਹੋ ਜਿਹੀ ਫਿਲਮ ਸਿਟੀ ਬਣੇਗੀ ਤਾਂ ਜ਼ਿਆਦਾ ਤੋਂ ਜ਼ਿਆਦਾ ਮੂਵੀਜ਼ ਤੇ ਸੀਰੀਜ਼ ਬਣਨਗੀਆਂ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਤਰੀਕੇ ਦੀ ਇੰਪਲੋਇਮੈਂਟ ਮਿਲਣਗੀਆਂ। ਐਕਟਰਸ, ਡਾਇਰੈਕਟਰਸ, ਪ੍ਰੋਡਿਊਸਰਸ, ਹੋਰ ਟਾਈਪ ਦੇ ਵਰਕਰਸ, ਕਾਸਟਿਊਮ ਡਿਜ਼ਾਈਨਰਸ, ਕੋਰੀਓਗ੍ਰਾਫਰਸ, ਹਰ ਏਰੀਆ ਵਿੱਚ ਜੌਬਸ ਕ੍ਰੀਏਟ ਹੋਣਗੀਆਂ। ਠੀਕ ਹੈ, ਤਾਂ ਇਹੋ ਜਿਹੀ ਫਿਲਮ ਸਿਟੀ ਬਣਾਉਣ ਲਈ ਵੀ ਪੰਜਾਬ ਗਵਰਨਮੈਂਟ ਜਿਹੜੀ ਆ ਆਲਰੇਡੀ ਐਫਰਟ ਕਰ ਰਹੀ ਹੈ, ਇਹਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ। ਠੀਕ ਹੈ ਜੀ, ਲਿੰਕਿੰਗ ਵਰਕਫੋਰਸ ਟੂ ਪ੍ਰੋਸਪੈਕਟਿਵ ਇੰਪਲੋਇਰਸ, ਰੀਕ੍ਰੀਏਸ਼ਨਲ ਫੈਸਿਲਿਟੀਜ਼ ਕ੍ਰੀਏਟ ਕੀਤੀਆਂ ਜਾਣ ਪੰਜਾਬ 'ਚ ਤਾਂ ਕਿ ਯੂਥ ਇੱਥੇ ਹੀ ਕੰਮ ਕਰਨ, ਇੱਥੇ ਹੀ ਇੰਜੋਏ ਕਰਨ। ਮਿਊਨਿਸਪਲ ਫੰਕਸ਼ਨਿੰਗ ਨੂੰ ਇੰਪਰੂਵ ਕੀਤਾ ਜਾਵੇ, ਵੇਸਟ ਕਲੈਕਸ਼ਨ, ਸੈਗਰੀਗੇਸ਼ਨ, ਇਹ ਸਭ ਸਿਵਿਕ ਸਰਵਿਸਿਜ਼ ਜਿਹੜੀਆਂ ਹੈ ਉਹ ਅੱਛੀ ਤਰੀਕੇ ਨਾਲ ਪ੍ਰੋਵਾਈਡ ਕੀਤੀਆਂ ਜਾਣ। ਇਸ ਤਰੀਕੇ ਨਾਲ ਆਪਾਂ ਜਿਹੜਾ ਹੈ ਪੰਜਾਬ ਦੇ ਯੂਥ ਨੂੰ ਬਾਹਰ ਜਾਣ ਤੋਂ ਰੋਕ ਸਕਦੇ ਹਾਂ। ਇਹ ਕਾਫੀ ਇੰਪੋਰਟੈਂਟ ਟੌਪਿਕ ਹੈ, ਇਹਦੇ ਨੋਟਸ ਬਣਾ ਕੇ ਰੱਖੋ ਐਂਡ ਯਾਦ ਕਰਦੇ ਰਹੋ। नेक्स्ट विल कंसिडर मॉडिफिकेशंस इन लिविंग विल। ठीक है, लिविंग विल क्या होंगी है? एडवांस्ड मैडिकल डायरैक्टिव। ठीक है, जिवें समझ लो कि तुसी अज बहुत हैल्दी स्टेज 'ਚ हो, ਤਾਂ ਇਹ ਹੋ ਸਕਦਾ ਫਿਊਚਰ 'ਚ ਜਦੋਂ ਤੁਸੀਂ 올ਡ ਏਜ 'ਚ ਪਹੁੰਚ ਗਏ ਹੋ ਉਸ ਟਾਈਮ ਇੱਕ ਇਹੋ ਜਿਹਾ ਵਕਤ ਆਵੇ ਜਦੋਂ ਤੁਸੀਂ ਬ੍ਰੇਨ ਤੋਂ ਸਮਝ ਲਓ ਡੈਡ ਹੋ, ਤੁਸੀਂ ਕੁਝ ਸਮਝ ਨਹੀਂ ਸਕਦੇ, ਤੁਸੀਂ ਕੁਝ ਡਿਸੀਜਨ ਆਪਦੇ ਲਈ ਨਹੀਂ ਲੈ ਸਕਦੇ, ਤਾਂ ਉਸ ਟਾਈਮ ਤੇ ਤੁਸੀਂ ਸਿਰਫ ਮਸ਼ੀਨਾਂ ਦੇ ਸਹਾਰੇ ਸਰਵਾਈਵ ਕਰ ਰਹੇ ਹੋ, ਤਾਂ ਉਸ ਟਾਈਮ ਤੇ ਤੁਸੀਂ ਇਹੋ ਜਿਹੀ ਲਾਈਫ ਜੀਣਾ ਚਾਹੋਗੇ? ਇਹ ਡਿਸੀਜਨ ਤੇ ਮਰਨਾ ਚਾਹੁੰਦੇ ਹੋ ਜਾਂ ਜੀਣਾ ਚਾਹੁੰਦੇ ਹੋ, ਉਸ ਡਿਸੀਜਨ ਨੂੰ ਤੁਸੀਂ ਅੱਜ ਦੀ ਡੇਟ ਦੇ ਜਦ ਤੁਸੀਂ ਹੈਲਦੀ ਹੋ, ਲੌਜੀਕਲੀ ਐਨਾਲਾਈਜ਼ ਕਰ ਸਕਦੇ ਹੋ, ਅੱਜ ਹੀ ਤੁਸੀਂ ਡਿਸਾਈਡ ਕਰਕੇ ਰੱਖੋ ਕਿ ਉਸ ਟਾਈਮ ਤੇ ਤੁਹਾਡੇ ਨਾਲ ਕੀ ਕੀਤਾ ਜਾਵੇ। ਤੁਹਾਨੂੰ ਮਸ਼ੀਨ ਦੇ ਸਹਾਰੇ ਰੱਖਿਆ ਜਾਵੇ ਜਾਂ ਮਸ਼ੀਨਸ ਦੀ ਸਪੋਰਟ ਹਟਾ ਦਿੱਤੀ ਜਾਵੇ ਤੇ ਤੁਹਾਨੂੰ ਪੀਸਫੁਲੀ ਡੈਥ ਜੋ ਹੈ ਪ੍ਰੋਵਾਈਡ ਕੀਤੀ ਜਾਵੇ। ਰਾਈਟ, ਤਾਂ ਇਹਨੂੰ ਹੀ ਕਹਿੰਦੇ ਆ ਲਿਵਿੰਗ ਵਿਲ। ਜਦੋਂ ਤੁਸੀਂ ਸਹੀ ਸਟੇਟ ਵਿੱਚ ਹੋ ਉਦੋਂ ਤੁਸੀਂ ਆਪਦੀ ਵਿਲ ਬਣਾ ਕੇ ਜਾਓ ਕਿ ਤੁਸੀਂ ਕਿਆ ਕਰਨਾ ਚਾਹੁੰਦੇ ਹੋ, ਕਿ ਉਸ ਐਕਸਟ੍ਰੀਮ ਕੰਡੀਸ਼ਨ 'ਚ ਤੁਹਾਡੇ ਨਾਲ ਕਿਆ ਹੋਵੇ। ਠੀਕ ਹੈ, ਇਹਨੂੰ ਪੈਸਿਵ ਯੂਥਨੇਸ਼ੀਆ ਵੀ ਕਿਹਾ ਜਾਂਦਾ ਹੈ, ਜਦ ਐਕਸਟਰਨਲੀ ਕੋਈ ਚੀਜ਼ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਮਾਰਨ ਲਈ, ਬਟ ਤੁਹਾਨੂੰ ਸਪੋਰਟਿੰਗ ਸਿਸਟਮ, ਤੁਹਾਡੇ ਲਾਈਫ ਸਪੋਰਟ ਸਿਸਟਮ ਉਹ ਹਟਾਏ ਜਾ ਰਹੇ ਨੇ। ਠੀਕ ਹੈ, ਤਾਂ ਇਹਨੂੰ ਪੈਸਿਵ ਯੂਥਨੇਸ਼ੀਆ ਕਹਿੰਦੇ ਨੇ। ਇੰਡੀਆ ਵਿੱਚ 2018 ਵਿੱਚ ਸੁਪਰੀਮ ਕੋਰਟ ਨੇ ਅਲਾਓ ਕਰਤਾ ਸੀ ਵਿਦ ਸਮ ਕੰਡੀਸ਼ਨਸ ਕਿ ਵਿਟਨੈਸਿਸ ਵਗੈਰਾ ਹੋਣੇ ਚਾਹੀਦੇ ਆ ਜਦ ਤੁਸੀਂ ਲਿਵਿੰਗ ਵਿਲ ਆਪਦੀ ਬਣਾ ਰਹੇ ਹੋ। ਠੀਕ ਹੈ, ਲਿਵਿੰਗ ਵਿਲ ਦਾ ਇਸ਼ੂ ਇਹੀ ਰਹਿੰਦਾ ਹੈ ਕਿ ਕਈ ਵਾਰ ਬੁੜੇ ਲੋਕਾਂ ਨੂੰ ਫੋਰਸਫੁਲੀ ਵੀ ਸਾਈਨ ਕਰਾਇਆ ਜਾ ਸਕਦਾ ਹੈ, ਜਿਵੇਂ ਕਿ ਬੱਚੇ ਉਹਨਾਂ ਦੀ ਪ੍ਰੋਪਰਟੀ ਵਗੈਰਾ ਲੈਣ ਲਈ ਜਲਦੀ ਮਾਰਨ ਦੇ ਚੱਕਰ ਵਿੱਚ ਲਿਵਿੰਗ ਵਿਲ ਬਣਾਉਣ 'ਚ ਕਾਫੀ ਜ਼ਿਆਦਾ ਇਸ਼ੂਜ਼ ਆ ਸਕਦੇ ਨੇ, ਜ਼ਬਰਦਸਤੀ ਸਾਈਨ ਕਰਾਏ ਜਾ ਸਕਦੇ ਨੇ, ਫੋਰਜ ਵੀ ਕੀਤੇ ਜਾ ਸਕਦੇ ਨੇ, ਨਕਲੀ ਸਾਈਨ ਵੀ ਕੀਤੇ ਜਾ ਸਕਦੇ ਨੇ। ਇਸੇ ਲਈ ਸੁਪਰੀਮ ਕੋਰਟ ਨੇ ਇਹ ਡਿਸੀਜਨ ਦਿੱਤਾ ਕਿ ਲਿਵਿੰਗ ਵਿਲ ਅਲਾਉਡ ਹੈ, ਬਟ ਉਹ ਵਿਲ ਜਿਹੜੀ ਹੈ ਉਹ ਵਿਟਨੈਸਿਸ ਦੀ ਪ੍ਰੈਜ਼ੈਂਸ 'ਚ ਸਾਈਨ ਹੋਣੀ ਚਾਹੀਦੀ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜਾ ਹੈ ਉਹਨੂੰ ਕਾਊਂਟਰ ਸਾਈਨ ਕਰੂਗਾ ਤਾਂ ਹੀ ਉਹ ਵੈਲਿਡ ਮੰਨੀ ਜਾਏਗੀ। ਠੀਕ ਹੈ, ਹੁਣ ਸੁਪਰੀਮ ਕੋਰਟ ਜਿਹੜਾ ਹੈ ਇਹਨੂੰ ਹੀ ਥੋੜਾ ਰੀਲੁੱਕ ਕਰ ਰਿਹਾ ਹੈ, ਇਸ 'ਚ ਕੁਝ ਲੂਪ ਹੋਲਸ ਨੇ ਉਸ ਨੂੰ ਰੀਲੁੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਠੀਕ ਹੈ, ਬਸ ਤੁਹਾਨੂੰ ਲਿਵਿੰਗ ਵਿਲ ਕਿਆ ਹੈ ਪਤਾ ਹੋਣਾ ਚਾਹੀਦਾ ਹੈ, ਪੈਸਿਵ ਯੂਥਨੇਸ਼ੀਆ ਕਿਆ ਹੈ ਇਹ ਸਭ ਪਤਾ ਹੋਣਾ ਚਾਹੀਦਾ ਹੈ।
नेक्स्ट डाटा है इंडिया प्लान्स टू शिफ्ट टू सोलर एंड विंड पावर राइट 2025 तक। ਤਾਂ ਇਸ 'ਚ ਬਸ ਇਹ ਡਾਟਾ ਆਪਾਂ ਯੂਜ਼ ਕਰ ਸਕਦੇ ਹਾਂ। ਇਹ ਡਾਟਾ ਕਿਆ ਕਹਿ ਰਿਹਾ ਹੈ, ਗਲੋਬਲ ਐਨਰਜੀ ਮੋਨੀਟਰ ਦੇ ਅਕੋਰਡਿੰਗ ਇੰਡੀਆ ਜਿਹੜੀ ਹੈ ਉਹਦਾ ਪਲਾਨ ਹੈ ਕਿ ਆਉਣ ਵਾਲੇ ਸਾਲਾਂ ਵਿੱਚ 2025 ਤੱਕ ਇੰਡੀਆ 76 ਗੀਗਾਵਾਟ ਸੋਲਰ ਵਿੰਡ ਐਨਰਜੀ ਜਿਹੜੀ ਐਡ ਕਰਨਾ ਚਾਹੁੰਦਾ ਹੈ ਆਪਦੇ ਐਨਰਜੀ ਮਿਕਸ ਵਿੱਚ। ਇਹਦੇ ਨਾਲ ਆਪਾਂ ਨੂੰ ਆਲਮੋਸਟ 19.5 ਬਿਲੀਅਨ ਡਾਲਰ ਦਾ ਹਰ ਸਾਲ ਕੋਸਟ ਸੇਵਿੰਗਸ ਇੰਡੀਆ ਨੂੰ ਹੋਣਗੀਆਂ। ਜਿਹੜਾ ਆਪਾਂ ਕੋਲ ਆਇਲ ਵਗੈਰਾ ਇੰਪੋਰਟ ਕਰਦੇ ਹਾਂ ਉਸ ਤਰੀਕੇ ਨਾਲ ਆਪਣੀ ਕੋਸਟ ਸੇਵਿੰਗਸ ਹੋਣਗੀਆਂ। ਇਹਨੂੰ 15 ਲੱਖ ਕਰੋੜ ਤੋਂ ਜ਼ਿਆਦਾ ਸੇਵਿੰਗਸ ਇੰਡੀਆ ਕਰ ਸਕਦਾ ਹੈ ਰਾਈਟ। ਕਰੰਟਲੀ ਵੀ ਅਗਰ ਦੇਖੀਏ ਤਾਂ ਇੰਡੀਆ ਗਲੋਬਲ ਸੋਲਰ ਪਾਵਰ ਡਿਪਲੋਇਮੈਂਟ ਵਿੱਚ 5% ਜਿਹੜਾ ਹੈ ਕੰਟਰੀਬਿਊਟ ਕਰ ਰਿਹਾ ਹੈ। ਟੋਟਲ ਮਤਲਬ ਵਰਲਡ ਦੀ ਸੋਲਰ ਐਨਰਜੀ 'ਚੋਂ 5% ਇੰਡੀਆ ਹੀ ਪ੍ਰੋਡਿਊਸ ਕਰ ਰਿਹਾ ਹੈ। ਅਤੇ ਵਿੰਡ ਐਨਰਜੀ ਪ੍ਰੋਡਿਊਸ ਕਰਨ 'ਚ ਵੀ ਕਪੈਸਿਟੀ ਵਿੱਚ ਵੀ 17th ਆਉਂਦਾ ਹੈ। ਠੀਕ ਹੈ, ਤਾਂ ਇਹ ਕੁਛ ਡਾਟਾ ਕਰ ਲਓ, ਅੱਛਾ ਹੈ, ਲਿਖ ਸਕਦੇ ਹੋ ਇਨਵਾਇਰਮੈਂਟ ਰਿਲੇਟਡ ਕੁਐਸਚਨਸ 'ਚ ਰਾਈਟ। ਹੁਣ ਆਪਣੇ ਜਿਹੜੇ ਫੋਰਨ ਮਿਨਿਸਟਰ ਨੇ ਐਸ ਜੇ ਸ਼ੰਕਰ ਸਾਹਿਬ, ਇਹ ਸ਼੍ਰੀਲੰਕਾ ਗਏ ਹੋਏ ਸੀ 3 ਡੇ ਵਿਜ਼ਿਟ 'ਤੇ, ਮਾਲਦੀਵਸ ਸ਼੍ਰੀਲੰਕਾ ਰਾਈਟ। ਤਾਂ ਸ਼੍ਰੀਲੰਕਾ ਦੇ ਰਿਗਾਰਡਿੰਗ ਇੰਡੀਅਨ ਫੋਰਨ ਮਿਨਿਸਟਰ ਨੇ ਕਿਹਾ ਹੈ ਕਿ ਅਸੀਂ ਸ਼੍ਰੀਲੰਕਾ ਨੂੰ ਹਮੇਸ਼ਾ ਹੈਲਪ ਕਰਾਂਗੇ ਰਾਈਟ। ਸਾਡੇ 4 ਏਰੀਆਜ਼ ਰਹਿਣਗੇ ਫੋਕਸ ਏਰੀਆਜ਼। ਫਰਸਟ ਹੈਗਾ ਇਹ ਐਨਰਜੀ ਸਿਕਿਉਰਿਟੀ ਸ਼੍ਰੀਲੰਕਾ ਦੀ ਇਨਸ਼ੋਰ ਕਰਨਾ। ਦੂਸਰਾ ਫੂਡ ਸਿਕਿਉਰਿਟੀ, ਸ਼੍ਰੀਲੰਕਾ 'ਚ ਕਾਫੀ ਫੂਡ ਦੇ ਪ੍ਰਾਈਸਿਸ ਵਗੈਰਾ ਵੱਧ ਰਹੇ ਆ, ਫੂਡ ਦੀ ਸ਼ਾਰਟੇਜ ਹੋ ਰਹੀ ਹੈ, ਤਾਂ ਉਸ 'ਚ ਇੰਡੀਆ ਹੈਲਪ ਕਰੇਗਾ। ਕਰੰਸੀ ਸਪੋਰਟ ਦੇਵੇਗਾ। ਤੁਹਾਨੂੰ ਸ਼ਾਇਦ ਪਿਛਲੇ ਸਾਲਾਂ ਵਿੱਚ ਸ਼੍ਰੀਲੰਕਾ ਦੀ ਕੰਡੀਸ਼ਨ ਦੇਖੀ ਹੋਣੀ ਹੈ, ਕਾਫੀ ਇਕਨੋਮਿਕ ਕ੍ਰਾਈਸਿਸ ਚੱਲ ਰਿਹਾ ਹੈ ਕੋਵਿਡ ਕਰਕੇ, ਟੂਰਿਜ਼ਮ ਇੰਡਸਟਰੀ ਸ਼ਟਡਾਊਨ ਹੋਣ ਕਰਕੇ, ਯੂਕਰੇਨ ਵਾਰ ਕਰਕੇ, ਮਲਟੀਪਲ ਕਾਰਨਾਂ ਨਾਲ ਇਹ ਇਸ਼ੂਜ਼ ਜਿਹੜੇ ਆ ਫੇਸ ਕਰ ਰਹੇ ਨੇ। ਤਾਂ ਇਸੇ ਲਈ ਇੰਡੀਆ ਇਹਨਾਂ 'ਚ ਕਰੰਸੀ ਸਪੋਰਟ ਦੇਣ ਦੀ ਕੋਸ਼ਿਸ਼ ਕਰੇਗਾ, ਇਨਵੈਸਟਮੈਂਟਸ ਵੀ ਕਰਨ ਦੀ ਕੋਸ਼ਿਸ਼ ਕਰੇਗਾ ਰਾਈਟ। ਇਹ 4 ਪਿਲਰਸ ਸਪੋਰਟ ਪਿਲਰਸ ਤੁਸੀਂ ਲਿਖ ਕੇ ਰੱਖ ਸਕਦੇ ਹੋ, ਇੰਡੀਆ ਸ਼੍ਰੀਲੰਕਾ ਰਿਲੇਸ਼ਨਸ 'ਚ ਮੈਂਸ਼ਨ ਕੀਤੇ ਜਾ ਸਕਦੇ। ਗ੍ਰੀਨ ਕੋਮੈਟ ਸਾਇੰਸ ਦੇ ਪੋਰਸ਼ਨ ਲਈ ਕਾਫੀ ਇੰਪੋਰਟੈਂਟ ਹੈ, ਇਸ 'ਤੇ ਕੁਐਸਚਨ ਆਉਣਾ ਕਾਫੀ ਪੋਸੀਬਲ ਹੈ। ਪ੍ਰੀਲਿਮਸ ਦੇ ਵਿੱਚ ਕੋਮੈਟ ਕਿਆ ਹੈ ਪੁੱਛ ਸਕਦੇ ਨੇ। ਕੋਮੈਟਸ ਕੁਛ ਨਹੀਂ ਹੁੰਦਾ, ਬਸ ਰੌਕੀ ਗੈਸ ਫਿਲਡ ਤੁਸੀਂ ਕਹਿ ਸਕਦੇ ਹੋ ਰੈਮੀਨੈਂਟਸ ਹੁੰਦੇ ਆ। ਜਦ ਸੋਲਰ ਸਿਸਟਮ ਬਣਿਆ ਸੀ ਉਦੋਂ ਇਹੋ ਜਿਹੇ ਬਹੁਤ ਸਾਰੇ ਆਬਜੈਕਟ ਸੀ, ਰੌਕੀ ਗੈਸ ਫਿਲਡ ਆਬਜੈਕਟਸ, ਜਿਹੜੇ ਕਿ ਸੋਲਰ ਸਿਸਟਮ 'ਚ ਲੂਜ਼ਲੀ ਘੁੰਮਦੇ ਰਹਿ ਗਏ ਸੀ, ਤਾਂ ਇਹਨਾਂ ਨੂੰ ਹੀ ਕੋਮੈਟ ਵਗੈਰਾ ਕਿਹਾ ਜਾਂਦਾ ਹੈ। ਹੁਣ ਇਹ ਕੋਮੈਟ ਜਦ ਇਸ ਤਰੀਕੇ ਨਾਲ ਮੂਵ ਕਰ ਰਹੇ ਹੁੰਦੇ ਆ ਸੋਲਰ ਸਿਸਟਮ 'ਚ, ਇਹ ਕਾਫੀ ਵਾਰ ਹੀਟ ਹੋ ਜਾਂਦੇ ਆ, ਬਰਨ ਅਪ ਹੋ ਜਾਂਦੇ ਆ। ਉਸ ਹੀਟ ਕਰਕੇ ਹੀ ਕਾਫੀ ਸਾਰੀ ਗੈਸਿਸ ਡਸਟ ਵਗੈਰਾ ਵੀ ਰਿਲੀਜ਼ ਹੁੰਦੀਆਂ ਨੇ। ਤਾਂ ਇਹੀ ਹੀਟ ਤੇ ਗੈਸਿਸ ਦਾ ਮਿਕਸਚਰ ਜਿਹੜਾ ਹੈ ਇਹਨਾਂ ਨੂੰ ਕਲਰ ਵੀ ਦੇ ਦਿੰਦਾ ਹੈ। ਠੀਕ ਹੈ, ਕੋਮੈਟ ਜਿਹੜਾ ਹੋਊਗਾ ਉਹਦਾ ਐਵੇਂ ਤੁਸੀਂ ਸਮਝ ਸਕਦੇ ਹੋ, ਇੱਕ ਹੈਡ ਦਿਖਦਾ ਹੁੰਦਾ ਆਪਾਂ ਨੂੰ, ਇੱਕ ਟੇਲ ਦਿਖਦੀ ਹੁੰਦੀ ਹੈ ਰਾਈਟ। ਗੈਸਿਸ ਤੇ ਹੀਟ ਕਰਕੇ ਹੈਡ ਜਿਹੜਾ ਹੈ ਕਲਰਫੁਲ ਹੋ ਜਾਂਦਾ ਹੈ, ਤਾਂ ਤੁਹਾਨੂੰ ਬਲੂ ਗ੍ਰੀਨ ਇਸ ਤਰੀਕੇ ਦਾ ਦਿਖ ਸਕਦਾ ਹੈ। ਠੀਕ ਹੈ, ਪਿੱਛੇ ਇਹਨਾਂ ਦੇ ਥੋੜੇ ਜਿਹੇ ਗੈਸਿਸ ਦੇ ਰਿਮੇਨਸ ਚੱਲ ਰਹੇ ਹੁੰਦੇ ਆ, ਉਹ ਟੇਲ ਬਣਾ ਦਿੰਦੇ ਆ ਇਹਨਾਂ ਦੀ। ਠੀਕ ਹੈ, ਦੈਟ ਇਜ਼ ਵਾਈ ਆਪਾਂ ਨੂੰ ਇਹ ਕਲਰਡ ਦਿਖਦੇ ਰਹਿੰਦੇ ਨੇ। ਗ੍ਰੀਨ ਕੋਮੈਟ ਵਿੱਚ ਵੀ ਇਹੀ ਹੈ, ਜਿਹੜਾ ਹੈਡ ਹੈ ਇਹ ਗ੍ਰੀਨ ਕਲਰ ਦਾ ਦਿਖੂਗਾ ਤੁਹਾਨੂੰ, ਪਿੱਛੇ ਟੇਲ ਆਂਦੀ ਵਾਈਟ ਕਲਰ ਦੀ ਦਿਖਦੀ ਰਹੇਗੀ ਰਾਈਟ, ਦੈਟ ਇਜ਼ ਗ੍ਰੀਨ ਕੋਮੈਟ। ਠੀਕ ਹੈ, ਇੱਕ ਹੋਰ ਟਰਮ ਜਿਹੜੀ ਇਸ ਨਾਲ ਰਿਲੇਟਡ ਨਿਊਜ਼ 'ਚ ਸੀ, ਉਰਟ ਕਲਾਊਡ। ਇਹ 'ਤੇ ਵੀ ਕੁਐਸਚਨ ਆ ਸਕਦਾ ਹੈ। ਉਰਟ ਕਲਾਊਡ ਕੁਛ ਨਹੀਂ ਹੁੰਦਾ, ਇੱਕ ਸਫੀਰਿਕਲ ਰੀਜਨ ਹੁੰਦਾ ਹੈ ਅਰਾਊਂਡ ਸਨ ਤੁਸੀਂ ਕਹਿ ਸਕਦੇ ਹੋ, ਜਿਸ 'ਚ ਸਾਰੇ ਸਮਾਲ ਆਬਜੈਕਟਸ ਲਾਈਕ ਕੋਮੈਟਸ, ਐਸਟਰੋਇਡਸ ਜਿਹੜੇ ਹੈ ਲੋਕੇਟਡ ਹੁੰਦੇ ਹੈ ਇਨ ਬਹੁਤ ਹੀ ਸਾਰੇ ਇਹੋ ਜਿਹੇ ਅਣਗਿਣਤ ਇਹੋ ਜਿਹੇ ਆਬਜੈਕਟਸ ਇਸ ਉਰਟ ਕਲਾਊਡ 'ਚ ਲੋਕੇਟਡ ਨੇ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ, ਤੇ ਕੁਐਸਚਨ ਆ ਸਕਦਾ ਹੈ। ਲਾਸਟ ਟॉपिक है अपना नोरू वायरस राइट। कंट्री च वायरस ही वायरस फैल रहे ने, ये वैसे कोई नवा वायरस नहीं है, 50 साल पुराना ये वायरस है, अज भी फैल रहा है। बेसिकली ये गैस्ट्रो इंटेस्टाइनल पेट ते इंटेस्टाइन नाल रिलेटेड इन्फेक्शनस जिहड़ियां क्रिएट करता है। ये स्पैशली विंटर के सीजन च काफ़ी पाया जाता है, तो ठंडे एरियाज च भी पाया जाता है, क्योंकि ये लो टैंपरेचर च भी सर्वाइव करता है। ठीक है, लो टैंपरेचर च नहीं तो यूजुअली ਜਿਹੜੇ ਹੈ ਕੀਟਾਣੂ ਮਾਈਕਰੋ ਆਰਗੈਨਿਜ਼ਮ ਸਰਵਾइव नहीं कर पाते, बट ये नोरू वायरस सर्वाइव करता है। इन्हें ऑलरेडी 2 लाख तो ज़्यादा ਜਿਹੜੇ लोग है हर साल मारे ने, स्पैशली 5 साल तो छोटे बच्चे ज़्यादा मरते हैं, तो 65 ईयर्स तो ज़्यादा वाले एज के लोग ज़्यादा मरते हैं। ओबवियसली तुसीं समझ ही सकते हो कि
ਜਿਨ੍ਹਾਂ ਦੀ ਇਮਿਊਨਿਟੀ ਵੀਕ ਹੈ ਉਹ ਜ਼ਿਆਦਾ ਡੈਥ ਦੇ ਕਲੋਜ਼ ਜਾਣਗੇ। ਤਾਂ ਇਹੀ ਦੋ ਗਰੁੱਪਸ ਨੇ ਜਿਨ੍ਹਾਂ ਦੀ ਇਮਿਊਨਿਟੀ ਜਿਹੜੀ ਹੈ ਫੁੱਲੀ ਡਿਵੈਲਪਡ ਨਹੀਂ ਹੁੰਦੀ ਜਾਂ ਵੀਕ ਰਹਿੰਦੀ ਹੈ। ਠੀਕ ਹੈ, ਇਹਦਾ ਬੈਸਟ ਸੋਲਿਊਸ਼ਨ ਹੈ ਕਿ ਆਪਾਂ ਹੱਥ ਪੈਰ ਜਿਹੜੇ ਆ ਚੱਜ ਨਾਲ ਧੋਏ ਜਾਣ। ਸੈਨੀਟਾਈਜ਼ਰ ਇਹ 'ਤੇ ਜ਼ਿਆਦਾ ਵਰਕ ਨਹੀਂ ਕਰਦਾ, ਤਾਂ ਐਕਚੁਅਲੀ ਜਾ ਕੇ 20 ਸਕਿੰਟ ਲਈ ਹੱਥ ਪੈਰ ਜਿਹੜੇ ਆ ਚੱਜ ਨਾਲ ਧੋਵੋ ਤਾਂ ਇਹ ਤੋਂ ਪ੍ਰੋਟੈਕਟ ਕਰ ਸਕਦੇ ਹਾਂ। ਕੇਰਲਾ 'ਚ ਰੀਸੈਂਟਲੀ ਕਾਫੀ ਇਹਨਾਂ ਦੇ ਕਰਕੇ ਡੈਥਸ ਦੇਖੀਆਂ ਜਾ ਰਹੀਆਂ ਨੇ। ਠੀਕ ਹੈ ਜੀ, that is all for today's discussion. Please like, subscribe, share my channel. Thank you so much for watching.